ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 295 ਤੇ ਅੱਧ ਵਿਚਾਲੇ ਜੇ ਕਰਕੇ 2 ਨੰਬਰ ਲਿਖਿਆ ਹੋਇਆ ਹੈ, ਕਿਉਂਕਿ ਕੱਲ੍ਹ 2 ਬੰਦਾਂ ਦੀ ਕਥਾ ਹੋ ਗਈ ਸੀ, ਹੁਣ ਤੀਸਰੇ ਬੰਦ ਦੀ ਕਥਾ ਸ਼ੁਰੂ ਹੁੰਦੀ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਉੱਤਮ ਸ਼ਲੋਕ ਸਾਧ ਕੇ ਬਚਨ। ਜਿਹੜੇ ਗੁਰੂ ਦੇ ਬਚਨ ਹੁੰਦੇ ਨੇ ਇਹ ਉੱਤਮ ਸ਼ਲੋਕ ਹੁੰਦੇ ਨੇ। ਸਾਡੇ ਬਚਨ ਤੇ ਸਧਾਰਨ ਨੇ, ਗੁਰੂ ਦੇ ਬਚਨ ਸਾਰੇ ਬਚਨਾਂ ਤੋਂ ਉੱਪਰ ਹੁੰਦੇ ਨੇ, ਉੱਤਮ ਹੁੰਦੇ ਨੇ। ਅਮੁੱਲੀਕ ਲਾਲ ਇਹ ਰਤਨ। ਅਮੁੱਲੀਕ ਹੁੰਦਾ ਜਿਹਦਾ ਮੁੱਲ ਹੀ ਕੋਈ ਨਾ ਹੋਵੇ। ਇਹ ਐਸੇ ਬਚਨ ਐਸੇ ਲਾਲ ਨੇ, ਐਸੇ ਹੀਰੇ ਨੇ, ਐਸੇ ਰਤਨ ਨੇ ਕਿ ਇਹਨਾਂ ਦਾ ਕੋਈ ਮੁੱਲ ਹੀ ਨਹੀਂ ਹੈਗਾ। ਜਿਹੜੇ ਗੁਰੂ ਦੇ ਬਚਨ ਨੇ ਇਹ ਉੱਤਮ ਬਚਨ ਨੇ, ਇਹ ਭਾਵ ਬਹੁਤ ਕੀਮਤੀ ਨੇ। ਇਹ ਲਾਲਾਂ ਅਤੇ ਰਤਨਾਂ ਦੀ ਨਿਆਈ ਕੀਮਤੇ ਨੇ, ਇਹਨਾਂ ਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਸੁਨਤ ਕਮਾਵਤ ਹੋਤ ਉਧਾਰ। ਜਿਹੜਾ ਗੁਰੂ ਦੇ ਬਚਨਾਂ ਨੂੰ ਸੁਣਦਾ ਹੈ, ਕਮਾਵਤ ਜਿਹੜਾ ਬਚਨਾਂ ਦੀ ਕਮਾਈ ਕਰਦਾ, ਭਾਵ ਜਿਹੜਾ ਬਚਨਾਂ 'ਤੇ ਅਮਲ ਕਰਦਾ। ਬਾਣੀ ਸੁਣ ਲੈ, ਸੁਣਨ ਦਾ ਆਪਣਾ ਮਹਾਤਮ ਹੈ, ਬਾਣੀ ਪੜ੍ਹਨ ਦਾ ਆਪਣਾ ਲਾਭ ਹੈ, ਸੁਣਨ ਦਾ ਆਪਣਾ ਲਾਭ ਹੈ, ਪਰ ਜੋ ਮੰਨਣ ਦਾ ਲਾਭ ਹੈ ਨਾ, ਉਹ ਸ਼ਬਦਾਂ 'ਚ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਇਸ ਲਈ ਕਹਿੰਦੇ ਜਿਹੜਾ ਬਚਨਾਂ ਨੂੰ ਸੁਣਦਾ ਹੈ, ਕਮਾਵਤ ਜਿਹੜਾ ਬਚਨਾਂ 'ਤੇ ਅਮਲ ਕਰਦਾ ਹੈ, ਹੋਤ ਉਧਾਰ ਉਹਦਾ ਪਾਰ ਉਤਾਰਾ ਹੋ ਜਾਂਦਾ। ਆਪ ਤਰ੍ਹਾਂ ਇਹੋ ਜਿਹਾ ਇਨਸਾਨ ਆਪ ਤੇ ਸੁਭਾਵ ਸਾਗਰ ਨੂੰ ਤਰਦਾ ਹੀ ਹੈ, ਲੋਕਾਂ ਨਿਸਤਾਰ ਲੋਕਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ। ਹੁਣ ਦਾਸ ਬੋਲੇਗਾ, ਮਗਰ ਤੁਸੀਂ ਬੋਲਣਾ। ਸੁਨਤ ਕਮਾਵਤ ਹੋਤ ਉਧਾਰ। ਸੁਨਤ ਕਮਾਵਤ ਹੋਤ ਉਧਾਰ। ਸੁਨਤ ਕਮਾਵਤ। ਸਾਰੇ ਬੋਲੋ। ਆਪ ਤਰੈ ਲੋਕੈ ਨਿਸਤਾਰ। ਆਪ ਤਰੈ ਲੋਕੈ ਨਿਸਤਾਰ। ਲੋਕੈ ਨਿਸਤਾਰ। ਸੋ ਗੁਰੂ ਦੇ ਬਚਨਾਂ ਨੂੰ ਸੁਣਨਾ ਅਤੇ ਉਹਨਾਂ ਬਚਨਾਂ 'ਤੇ ਅਮਲ ਕਰਨਾ ਕਿੰਨਾ ਵੱਡਾ ਜਿਹੜਾ ਫਲ ਹੈ, ਉਹਦਾ ਵੀ ਭਲਾ ਹੁੰਦਾ ਹੈ, ਅਤੇ ਜਿਹੜਾ ਉਹਦੀ ਸੰਗਤ ਕਰਦਾ ਹੈ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਇਸ ਲਈ ਬਾਣੀ ਪੜ੍ਹਨੀ ਹੈ ਅਤੇ ਫਿਰ ਜੋ ਪੜ੍ਹਿਆ ਹੈ ਉਸ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਅਮਲ ਕਰਨਾ ਔਖਾ ਹੁੰਦਾ ਹੈ, ਕਿਉਂ? ਭੈੜੇ ਕੰਮਾਂ ਦਾ ਅਮਲ ਕਰਨਾ ਬੜਾ ਆਸਾਨ ਹੈ, ਚੰਗੀ ਗੱਲ 'ਤੇ ਅਮਲ ਕਰਨਾ ਬਹੁਤ ਮੁਸ਼ਕਿਲ ਹੈ। ਤੁਸੀਂ ਕਹੋਗੇ ਕਿਉਂ ਜੀ? ਭੈੜੀ ਗੱਲ 'ਤੇ ਅਮਲ ਕਰਨਾ ਸੌਖਾ ਕਿਉਂ ਹੈ? ਚੰਗੀ ਗੱਲ 'ਤੇ ਅਮਲ ਕਰਨਾ ਔਖਾ ਕਿਉਂ ਹੈ? ਸਾਡੇ ਅੰਦਰ ਬੁਰਾਈ ਜ਼ਿਆਦਾ ਹੈ, ਚੰਗਿਆਈ ਘੱਟ ਹੈ। ਸਾਡੇ ਅੰਦਰ ਬੁਰਾਈ ਜ਼ਿਆਦਾ ਹੋਣ ਕਰਕੇ ਅਸੀਂ ਬੁਰੀ ਗੱਲ ਨੂੰ ਛੇਤੀ ਮੰਨ ਲੈਂਦੇ ਹਾਂ। ਸਾਡੇ ਅੰਦਰ ਚੰਗਿਆਈ ਘੱਟ ਹੈ, ਇਸ ਲਈ ਚੰਗੀ ਗੱਲ ਨੂੰ ਮੰਨਣ 'ਤੇ ਸਾਨੂੰ ਬਹੁਤ ਟਾਈਮ ਲੱਗ ਜਾਂਦਾ। ਆਹ ਕਾਰਨ, ਹੋਰ ਕੁਛ ਨਹੀਂ। ਜਿਨ੍ਹਾਂ ਦੇ ਅੰਦਰ ਬੁਰਾਈ ਘੱਟ ਹੁੰਦੀ ਹੈ ਉਹ ਬੁਰੀ ਗੱਲ ਨੂੰ ਛੇਤੀ ਸਵੀਕਾਰ ਨਹੀਂ ਕਰਦੇ। ਜਿਨ੍ਹਾਂ ਦੇ ਅੰਦਰ ਚੰਗਿਆਈ ਹੁੰਦੀ ਹੈ ਚੰਗੀ ਗੱਲ ਨੂੰ ਬੜੀ ਛੇਤੀ ਸਵੀਕਾਰ ਕਰ ਲੈਂਦੇ ਹਨ, ਅਤੇ ਜਿਹੜੇ ਚੰਗੀ ਗੱਲ ਨੂੰ ਛੇਤੀ ਸਵੀਕਾਰ ਕਰ ਲੈਂਦੇ ਅੰਤ ਨੂੰ ਸੰਤ ਮਹਾਤਮਾ ਉਹੀ ਬਣਦੇ ਨੇ।
ਅਸੀਂ ਤਾਂ ਕਿੰਨੇ ਕਿੰਨੇ ਸਾਲ ਸਲਾਹਾਂ ਕਰਦੇ ਲੰਘਾ ਦਿੰਦੇ। ਆ ਥੋੜ੍ਹੇ ਵਿਹਲੇ ਹੋ ਜਾਈਏ ਫਿਰ ਭਜਨ ਬੰਦਗੀ ਕਰਾਂਗੇ। ਆ ਰਿਟਾਇਰ ਹੋ ਜਾਈਏ ਫਿਰ ਕਰਾਂਗੇ। ਆ ਮੈਂ ਕੁੜੀ ਵਿਆਹ ਲਾਂ ਫਿਰ ਕਰਾਂਗਾ। ਆ ਚੱਲ ਮੁੰਡਾ ਰਹਿੰਦਾ ਇਹ ਵੀ ਵਿਆਹ ਲਾਂ ਫਿਰ ਕਰਾਂਗਾ। ਬੁੱਢੇ ਹੋ ਕੇ ਕਰਾਂਗਾ। ਇਹੀ ਕਹਿੰਦਾ ਰਹਿੰਦਾ। ਕਿਉਂ? ਅੰਦਰ ਨਾਮ ਬਾਣੀ ਹੈ ਹੀ ਨਹੀਂ। ਜੇ ਪਿਛਲੇ ਜਨਮਾਂ ਦੀ ਨਾਮ ਬਾਣੀ ਅੰਦਰ ਹੋਵੇ ਤਾਂ ਇੱਕੋ ਵਾਰੀ ਗੁਰੂ ਦੀ ਸੰਗਤ ਕਰਨੀ ਬਹੁਤ ਹੈ। ਬਸ ਜ਼ਿੰਦਗੀ ਬਦਲ ਜਾਏਗੀ। ਜ਼ਿੰਦਗੀ ਬਦਲ ਜਾਏਗੀ। ਕਿਉਂਕਿ ਅੰਦਰ ਉਹ ਪਹਿਲੇ ਚੀਜ਼ ਹੈਗੀ ਅਤੇ ਅਸੀਂ ਉਸ ਨੂੰ ਛੇਤੀ ਸਵੀਕਾਰ ਕਰ ਲਿਆ। ਜੋ ਸਾਡੇ ਅੰਦਰ ਹੈ ਬਾਹਰੋਂ ਅਸੀਂ ਉਸੇ ਨੂੰ ਹੀ ਸਵੀਕਾਰ ਕਰਦੇ ਹਾਂ, ਦੂਜੀ ਗੱਲ ਨੂੰ ਨਹੀਂ ਕਰਦੇ। ਜਿਵੇਂ ਲੋਹੇ ਦੇ ਵਿੱਚ ਅੱਗ ਨਹੀਂ ਹੁੰਦੀ, ਇਸ ਲਈ ਲੋਹੇ ਨੂੰ ਅੱਗ ਨਹੀਂ ਲੱਗਦੀ, ਹੈ ਹੀ ਨਹੀਂ ਉਹਦੇ 'ਚ ਅੱਗ। ਲੱਕੜ ਵਿੱਚ ਅੱਗ ਹੁੰਦੀ ਹੈ, ਇਸ ਲਈ ਬਾਹਰੋਂ ਅੱਗ ਸਵੀਕਾਰ ਕਰਦੀ ਹੈ ਉਹ। ਲੱਕੜ 'ਚ ਪਹਿਲੇ ਅੱਗ ਹੁੰਦੀ। ਜੇ ਲੱਕੜ 'ਚ ਅੱਗ ਨਾ ਹੋਵੇ ਅਸੀਂ ਉਹਨੂੰ ਅੱਗ ਲਾ ਹੀ ਨਹੀਂ ਸਕਦੇ। ਲੋਹੇ 'ਚ ਅੱਗ ਨਹੀਂ ਹੈ, ਅਸੀਂ ਉਹਨੂੰ ਅੱਗ ਨਹੀਂ ਲਾ ਸਕਦੇ। ਇਹੀ ਕਾਰਨ ਹੈ। ਜਿਹੜੀ ਚੀਜ਼ ਸਾਡੇ ਅੰਦਰ ਨਹੀਂ ਹੈ ਅਸੀਂ ਉਹਨੂੰ ਬਾਹਰੋਂ ਕਿਸੇ ਵੀ ਹਾਲਤ 'ਚ ਸਵੀਕਾਰ ਨਹੀਂ ਕਰਾਂਗੇ, ਭਾਵੇਂ ਜਿੰਨਾ ਮਰਜ਼ੀ ਕੋਈ ਜ਼ੋਰ ਲਾਈ ਜਾਵੇ। ਜਿਹੜੀ ਸਾਡੇ ਅੰਦਰ ਚੀਜ਼ ਕਾਫੀ ਹੈ ਉਹਨੂੰ ਬੜੀ ਛੇਤੀ ਅਸੀਂ ਬਾਹਰੋਂ ਸਵੀਕਾਰ ਕਰ ਲਾਂਗੇ। ਜਿਹੜੀ ਅੰਦਰ ਥੋੜ੍ਹੀ ਹੈ ਉਹਨੂੰ ਜਿਹੜਾ ਟਾਈਮ ਲੱਗੇਗਾ ਸਵੀਕਾਰ ਕਰ ਲਾਂਗੇ। ਮੰਨ ਲਓ ਤੁਸੀਂ ਪਿਛਲੇ ਜਨਮ ਥੋੜ੍ਹੀ ਬਹੁਤੀ ਪੀਂਦੇ ਸੀ, ਬਹੁਤੀ ਨਹੀਂ ਪੀਤੀ, ਥੋੜ੍ਹੀ ਬਹੁਤੀ ਪੀਂਦੇ ਸੀ। ਇਸ ਜਨਮ ਤੁਹਾਨੂੰ ਕੋਈ ਕਹਿੰਦਾ ਪੀ ਲੈ, ਨਾ ਭਾਈ ਮੈਂ ਤਾਂ ਪੀਂਦਾ ਨਹੀਂ। ਉਹ ਯਾਰ ਤੇਰੇ ਮੁੰਡੇ ਦਾ ਵਿਆਹ ਹੈ, ਖੁਸ਼ੀ ਦਾ ਮੌਕਾ, ਪੀ ਲੈ। ਨਹੀਂ ਮੈਂ ਨਹੀਂ। ਦੂਜੇ ਕਹੇ ਉਹ ਪੀ ਲੈ ਯਾਰ, ਦੁਨੀਆ ਪੀਂਦੀ ਹੈ, ਤੂੰ ਘੁੱਟ ਪੀ ਲੈ, ਖੁਸ਼ੀ ਦਾ ਮੌਕਾ, ਮੁੜ ਕੇ ਥੋੜ੍ਹਾ, ਉਹ ਮੰਨ ਜਾਏਗਾ। ਕਿਉਂ? ਉਹਦੇ ਅੰਦਰ ਥੋੜ੍ਹੀ ਬਹੁਤੀ ਹੈਗੀ ਸੀ, ਉਹ ਬਹੁਤ ਜ਼ੋਰ ਲਾਉਣ 'ਤੇ ਮੰਨ ਗਿਆ। ਪਰ ਜਿਹਨੇ 2-4 ਜਨਮਾਂ ਤੋਂ ਪੀਤੀ ਹੀ ਨਹੀਂ, ਜਿੰਨਾ ਮਰਜ਼ੀ ਉਹਨੂੰ ਜ਼ੋਰ ਲਾ ਲਓ, ਉਹ ਨਹੀਂ ਪੀਏਗਾ, ਕਿਉਂਕਿ ਉਹਦੇ ਅੰਦਰ ਹੀ ਕੋਈ ਨਹੀਂ। ਇਸ ਲਈ ਸਾਡੇ ਅੰਦਰ ਬੁਰਾਈ ਜ਼ਿਆਦਾ ਹੋਣ ਕਰਕੇ ਅਸੀਂ ਬੁਰੀ ਗੱਲ ਨੂੰ ਛੇਤੀ ਸਵੀਕਾਰ ਕਰਦੇ। ਬੁਰਾਈ ਜ਼ਿਆਦਾ ਹੋਣ ਕਰਕੇ ਜਦੋਂ ਸਾਨੂੰ ਕੁਸੰਗਤ ਮਿਲਦੀ ਹੈ ਬੜਾ ਛੇਤੀ ਉਹਦਾ ਸਾਡੇ 'ਤੇ ਅਸਰ ਹੁੰਦਾ ਹੈ। ਚੰਗਿਆਈ ਘੱਟ ਹੋਣ ਕਰਕੇ ਸਤ ਸੰਗਤ ਦਾ ਅਸਰ ਨਹੀਂ ਛੇਤੀ ਹੁੰਦਾ। ਪਰ ਜਿਨ੍ਹਾਂ ਦੇ ਅੰਦਰ ਚੰਗਿਆਈ ਜ਼ਿਆਦਾ ਹੁੰਦੀ ਹੈ ਉਸ 'ਤੇ ਸਤ ਸੰਗਤ ਦਾ ਬੜੀ ਛੇਤੀ ਅਸਰ ਹੁੰਦਾ ਹੈ, ਕੁਸੰਗਤ ਦਾ ਛੇਤੀ ਅਸਰ ਨਹੀਂ ਹੁੰਦਾ। ਇਹੀ ਕਾਰਨ ਹੈ, ਹੋਰ ਕੋਈ ਕਾਰਨ ਨਹੀਂ ਹੈ। ਅਸੀਂ ਬਾਹਰੋਂ ਉਹੀ ਚੀਜ਼ ਸਵੀਕਾਰ ਕਰਦੇ ਹਾਂ ਜੋ ਸਾਡੇ ਅੰਦਰ ਹੁੰਦੀ ਹੈ। ਇੱਕ ਬੱਚੇ ਦੇ ਅੰਦਰ ਕ੍ਰਿਕਟ ਖੇਡਣ ਦੇ ਹੈਗੇ ਅੰਸ਼, ਉਹ ਸਕੂਲ 'ਚ ਵਾਲੀਬਾਲ ਦਾ ਵੀ ਪ੍ਰਬੰਧ ਹੁੰਦਾ ਹੈ, ਫੁੱਟਬਾਲ ਦਾ ਵੀ ਪ੍ਰਬੰਧ ਹੁੰਦਾ ਹੈ, ਹਾਕੀ ਦਾ ਵੀ ਪ੍ਰਬੰਧ ਹੁੰਦਾ, ਉਹ ਨਹੀਂ ਖੇਡੇਗਾ। ਪਰ ਜਿਸ ਸਕੂਲ 'ਚ ਕ੍ਰਿਕਟ ਦਾ ਪ੍ਰਬੰਧ ਹੈ ਉਹ ਕ੍ਰਿਕਟ ਖੇਡਣ ਲੱਗ ਜਾਏ, ਕਿਉਂਕਿ ਉਹਦੇ ਅੰਦਰ ਕ੍ਰਿਕਟ ਹੈ, ਇਸ ਕਰਕੇ ਖੇਡੇਗਾ ਉਹ। ਜਿਹਦੇ ਅੰਦਰ ਪਿਛਲੇ ਜਿਹੜਾ ਵਾਲੀਬਾਲ ਖੇਡਦਾ ਰਿਹਾ ਉਹਨੂੰ ਫੁੱਟਬਾਲ, ਕਬੱਡੀ, ਕ੍ਰਿਕਟ ਚੰਗੀ ਨਹੀਂ ਲੱਗੇਗੀ, ਉਹ ਵਾਲੀਬਾਲ ਹੀ ਖੇਡੇਗਾ, ਕਿਉਂਕਿ ਉਹਦੇ ਅੰਦਰ ਪਹਿਲੇ ਵਾਲੀਬਾਲ ਹੈਗਾ। ਕਈ ਵਾਰੀ ਮਾਂ ਪਿਓ ਬੱਚੇ ਨੂੰ ਕੁਛ ਬਣਾਉਣਾ ਚਾਹੁੰਦੇ ਨੇ ਵੀ ਇਹ ਆ ਬਣ ਜੇ, ਉਹਦੇ ਅੰਦਰ ਉਹ ਹੁੰਦਾ ਹੀ ਨਹੀਂ, ਉਹਦੇ ਅੰਦਰ ਚੀਜ਼ ਹੀ ਨਹੀਂ ਹੁੰਦੀ, ਕਿਵੇਂ ਬਣ ਜਾਏਗਾ ਉਹ? ਫੇਰ ਫੂਲ ਹੋ ਜਾਏਗਾ, ਹਟ ਜਾਏਗਾ ਜੇ ਤੁਸੀਂ ਉਹਦੇ ਨਾਲ ਜ਼ਿਆਦਾ ਕਰੋਗੇ ਤਾਂ। ਇਸ ਕਰਕੇ ਇਹ ਬਾਣੀ ਨੂੰ ਵੀ ਉਹੀ ਪੜ੍ਹਦਾ ਹੈ, ਉਹੀ ਮੰਨਦਾ ਜਿਹਨੇ ਪਿਛਲੇ ਜਨਮਾਂ 'ਚ ਬਾਣੀ ਪੜ੍ਹੀ ਹੋਈ ਹੈ, ਥੋੜ੍ਹਾ ਬਹੁਤਾ ਅਮਲ ਕੀਤਾ ਹੋਇਆ, ਉਹ ਮੰਨਦਾ। ਜਿਹਨੇ ਪਿਛਲੇ ਜਨਮ ਕਦੇ ਬਾਣੀ ਪੜ੍ਹੀ ਹੀ ਨਹੀਂ, ਉਹ ਜੇ ਇਸ ਜਨਮ 'ਚ ਲੱਗ ਵੀ ਜਾਵੇਗਾ ਤਾਂ ਬਹੁਤ ਘੱਟ ਬਾਣੀ ਪੜ੍ਹੇਗਾ, ਕਦੇ ਪੜ੍ਹ ਲਈ ਕਦੇ ਨਾ ਪੜ੍ਹੀ, ਉਹਦੀ ਰੁਚੀ ਨਹੀਂ ਹੁੰਦੀ ਕਿਉਂਕਿ ਉਹਦੇ ਅੰਦਰ ਬਾਣੀ ਹੈ ਨਹੀਂ ਹੈ। ਇਹ ਕਰ ਜਿਹਨੂੰ ਬਾਣੀ ਪੜ੍ਹਨ ਦਾ ਸ਼ੌਕ ਹੈ, ਜੇ ਲੋਕ ਨਿਤਨੇਮ ਕਰਦੇ ਹੋਏ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦੇ, ਭਾਗ ਵਾਲਿਆਂ ਨੇ ਪਿਛਲੇ ਜਨਮ 'ਚ ਵੀ ਕਰਦੇ ਰਹੇ ਸਨ ਤਾਂ ਇਸ ਜਨਮ 'ਚ ਵੀ ਕਰਦੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਸੁਣਤ ਕਮਾਵਤ ਹੋਤ ਉਧਾਰ। ਜਿਹੜਾ ਗੁਰੂ ਦੇ ਬਚਨਾਂ ਨੂੰ ਸੁਣਦਾ ਹੈ ਉਹਦੀ ਕਮਾਈ ਕਰਦਾ ਹੈ, ਭਾਵ ਉਸ 'ਤੇ ਅਮਲ ਕਰਦਾ ਹੈ, ਉਹਦਾ ਉਧਾਰ ਪਾਰ ਉਤਾਰਾ ਹੋ ਜਾਂਦਾ ਹੈ। ਆਪ ਤਰੇ, ਉਹ ਆਪ ਤੇ ਸੁਭਾਵ ਸਾਗਰ ਨੂੰ ਤਰਦਾ ਹੀ ਹੈ, ਲੋਕਾਂ ਨਿਸਾਰ ਲੋਕਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਸਫਲ ਜੀਵਨ ਸਫਲਤਾ ਕਾ ਸੰਗ,
ਜਾ ਕੈ ਮਨ ਲਾਗਾ ਹਰ ਰੰਗ। ਜਾ ਕੈ ਹਿੰਦੀ ਦਾ ਸ਼ਬਦ ਹੈ, ਇਹਨੂੰ ਜਾਂ ਕੈ ਨਹੀਂ ਪੜ੍ਹਦੇ ਨਾ। ਬਹੁਤ ਸਾਰੇ ਜਾਂ ਕਾ ਇਹ ਪੜ੍ਹਦੇ ਹਨ, ਕਿਉਂਕਿ ਸਾਨੂੰ ਤਾਂ ਪੰਜਾਬੀ ਚੱਜ ਨਾਲ ਨਹੀਂ ਆਉਂਦੀ, ਹਿੰਦੀ ਕਿੱਥੋਂ ਆਉਣੀ ਹੈ? ਹਿੰਦੀ ਕਿੱਥੋਂ ਆਉਣੀ? ਪੰਜਾਬੀ ਹੀ ਪੰਜਾਬ ਦੇ ਲੋਕਾਂ ਨੂੰ ਚੱਜ ਨਾਲ ਨਹੀਂ ਆਉਂਦੀ। ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਸ਼ੁੱਧ ਪੰਜਾਬੀ ਲਿਖਣੀ ਆਉਂਦੀ ਹੈ, ਨਹੀਂ ਤਾਂ ਬੁਰਾ ਹਾਲ ਹੈ। ਕੋਈ ਬੱਚਾ ਪੰਜਾਬੀ ਨੂੰ ਐਵੇਂ ਹੀ ਗਿਣਦਾ ਵੀ ਚਲੋ ਇੱਥੇ ਤਾਂ ਪਾਸ ਹੋ ਹੀ ਜਾਣਾ। ਕੋਈ ਪੰਜਾਬੀ ਦੀ ਕਦੇ ਕਿਸੇ ਟਿਊਸ਼ਨ ਰੱਖੀ ਹੈ? ਕੋਈ ਵੀ ਨਹੀਂ। ਹਿਸਾਬ ਦੀ, ਸਾਇੰਸ ਦੀ, ਜਿਹੜਾ ਹੈ ਇੰਗਲਿਸ਼ ਦੀ ਟਿਊਸ਼ਨ ਰੱਖਦੇ। ਸਾਰਾ ਜ਼ੋਰ ਹੀ ਇਹਨਾਂ 'ਤੇ ਲਾਉਂਦੇ ਨੇ। ਪੰਜਾਬੀ ਨੂੰ ਉਂਝੀ ਗਿਣਦੇ, ਪਾਸ ਹੋ ਹੀ ਜਾਣਾ ਬਸ। ਉਹਨਾਂ ਦਾ ਕੋਈ ਆਦੇਸ਼ ਨਹੀਂ ਕਿ ਅਸੀਂ ਪੰਜਾਬੀ 'ਚ 90% ਨੰਬਰ ਲਏ, 95% ਲਏ, ਨਾ, ਬਸ ਪਾਸ ਹੀ ਹੋਣਾ। ਅਤੇ ਆਉਣਾ ਫਿਰ ਕੀ ਹੈ? ਜਿਹਦਾ ਉਦੇਸ਼ ਹੀ ਸਿਰਫ 33% ਨੰਬਰ ਲੈਣਾ, ਉਹਨੂੰ ਆਉਣਾ ਜਾਣਾ ਕੀ ਹੁੰਦਾ? ਇਸ ਲਈ ਪੰਜਾਬ ਦੇ ਲੋਕਾਂ ਦਾ ਪੰਜਾਬੀ ਵੀ ਚੱਜ ਨਾਲ ਨਹੀਂ ਆਉਂਦੀ, ਹਿੰਦੀ ਤਾਂ ਆਉਣੀ ਕਿੱਥੋਂ ਹੈ? ਉਹ ਤਾਂ ਹਾਲੇ ਸਮਝ ਹੀ ਨਹੀਂ ਆਉਂਦੀ ਕਿ ਪੱਪੇ ਦੇ ਪੈਰ 'ਚ ਹਰਾਰਾ ਪਏਗਾ ਕਿ ਪੱਪੇ ਦੇ ਉੱਪਰ ਹਰਾਰਾ ਪਏਗਾ। ਆਹੀ ਨਹੀਂ ਸਾਰੀ ਉਮਰ ਹਿੰਦੀ ਸਮਝ ਆਉਂਦੀ ਵੀ ਕਿੱਥੇ ਹਿੰਦੀ ਦੇ ਵਿੱਚ ਹੇਠਾਂ ਅੱਖਰ ਪਏਗਾ, ਕਿੱਥੇ ਉੱਪਰ ਪਏਗਾ, ਕਿੱਥੇ ਅੱਧਾ ਪਏਗਾ। ਕਿੰਨੇ ਸਾਲ ਦੀ ਮਿਹਨਤ ਤੋਂ ਬਾਅਦ ਇਹ ਜਾ ਕੇ ਸਮਝ ਆਉਂਦੀ ਹੈ ਵੀ ਅੱਧਾ ਅੱਖਰ ਕਿੱਥੇ ਲੱਗੂਗਾ, ਉੱਪਰ ਹਰਾਰਾ ਕਿੱਥੇ ਪਏਗਾ, ਹੇਠਾਂ ਕਿਹੜੇ ਸ਼ਬਦ 'ਚ ਪਏਗਾ। ਇਸ ਲਈ ਹਿੰਦੀ ਤਾਂ ਫਿਰ ਉਦੋਂ ਵੀ ਔਖੀ ਹੈ। ਅਤੇ ਬਾਣੀ ਤਾਂ 80% ਹਿੰਦੀ ਹੈ। ਇਹ ਤਾਂ 80% ਹਿੰਦੀ ਹੈ, 15% ਪੰਜਾਬੀ ਹੈ, 5% ਦੂਜੀਆਂ ਭਾਸ਼ਾਵਾਂ ਨੇ। ਪੰਜਾਬੀ ਤੇ 'ਚ 15% ਹੈ। ਇਸ ਕਰਕੇ ਇਹ ਪੰਜਾਬੀਆਂ ਨੂੰ ਬਾਣੀ ਸ਼ੁੱਧ ਨਹੀਂ ਆਉਂਦੀ ਹੈਗੀ। ਇਹ ਤਾਂ ਹਿੰਦੀ ਪੰਜਾਬੀ 'ਚ ਮਾਹਿਰ ਹੋਵੇ ਤਾਂ ਜਾ ਕੇ 90% ਬਾਣੀ ਉਹਦੀ ਸ਼ੁੱਧ ਹੁੰਦੀ ਹੈ। ਜਾ ਕੇ ਮਨ ਲਾਗਾ ਹਰ ਰੰਗ, ਸਫਲ ਜੀਵਨ ਸਫਲਤਾ ਕਾ ਸੰਗ। ਉਹਦਾ ਜੀਵਨ ਸਫਲ ਹੈ, ਉਹਦੀ ਸੰਗਤ ਕਰਨੀ ਵੀ ਸਫਲ ਹੈ। ਕਿਹਦੀ? ਜਾ ਕੇ ਮਨ ਲਾਗਾ ਹਰ ਰੰਗ। ਰੰਗ ਹੁੰਦਾ ਪਿਆਰ, ਜਿਹਦੇ ਮਨ 'ਚ ਪਰਮਾਤਮਾ ਪ੍ਰਤੀ ਪਿਆਰ ਹੈ। ਜਿਹਦੇ ਮਨ 'ਚ ਪਰਮਾਤਮਾ ਪ੍ਰਤੀ ਪਿਆਰ ਹੈ ਨਾ, ਉਹਦਾ ਜੀਵਨ ਸਫਲ ਹੈ। ਜਿਹੜਾ ਉਹਦੀ ਸੰਗਤ ਕਰਦਾ ਉਹਦਾ ਜੀਵਨ ਵੀ ਸਫਲ ਹੈ। ਸਫਲ ਜੀਵਨ ਸਫਲਤਾ ਕਾ ਸੰਗ। ਸਫਲ ਜੀਵਨ ਸਫਲਤਾ ਕਾ ਸੰਗ। ਜੀਵਨ ਸਫਲਤਾ ਕਾ ਸੰਗ। ਸਫਲ ਜੀਵਨ ਜਾ ਕੇ ਮਨ ਲਾਗਾ ਹਰ ਰੰਗ। ਜਾ ਕੇ ਮਨ ਲਾਗਾ ਹਰ ਰੰਗ। ਅਜੇ ਇੱਕ ਫਿਰ ਵੀ ਜਾਂ ਕਹਿੰਦਾ, ਉਹ ਮਨ 'ਤੇ ਚੜ੍ਹ ਗਿਆ ਨਾ, ਉਤਰਦਾ ਹੀ ਨਹੀਂ ਹੈਗਾ। ਬੜਾ ਸਿਆਪਾ। ਹੁਣੇ ਮੈਂ ਮੱਥਾ ਮਾਰ ਕੇ ਟੇਕਣੇ, ਕੋਈ ਅਸਰ ਨਹੀਂ ਹੈ। ਦੋ ਪਈਆਂ ਵਿਸਰ ਗਈਆਂ, ਯਾਰਾਂ ਦੀਆਂ ਦੂਰ ਬੁਲਾਈਆਂ। ਸਕੂਲਾਂ 'ਚ ਆਏ ਕੋਈ ਜਵਾਕ ਕੁੱਟ ਜੇ ਖਾਈ ਦੇ, ਅਗਲੇ ਦਿਨ ਫਿਰ ਉਹੋ ਜਿਹੇ ਹੁੰਦੇ ਨੇ, ਕੋਈ ਅਸਰ ਹੀ ਨਹੀਂ ਹੁੰਦਾ ਵੀ ਕੁੱਟ ਖਾਧੀ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ। ਪਰਮਾਤਮਾ ਫਿਰ ਇਹੋ ਜਿਹੇ ਬੰਦੇ ਦੇ ਅੰਦਰ ਨਾ ਬੋਲਣ ਲੱਗਦਾ। ਗਾਜੈ ਦਾ ਗੱਜਣਾ ਪਾ ਬੋਲਣਾ। ਪਰਮਾਤਮਾ ਇਹੋ ਜਿਹੇ ਵਿਅਕਤੀ ਦੇ ਅੰਦਰ ਬੋਲਣਾ ਸ਼ੁਰੂ ਕਰ ਦਿੰਦਾ ਹੈ। ਫਿਰ ਉਹ ਜਿਹੜੇ ਪਰਮਾਤਮਾ ਦੇ ਬੋਲ ਨੇ, ਨਾਮ ਬਾਣੀ, ਉਹਨੂੰ ਸੁਣ ਸੁਣ ਕੇ ਮਨੁੱਖ ਨੂੰ ਆਨੰਦ ਆਉਂਦਾ ਹੈ। ਉਹਦੇ ਅੰਦਰ ਜੈ ਜੈਕਾਰ ਦਾ ਸ਼ਬਦ ਵੱਜਦਾ ਰਹਿੰਦਾ ਆਪਣੇ ਆਪ। ਅਨਾਹਦ ਅਨਹਦ ਨਾਦ, ਆਪਣੇ ਆਪ ਵੱਜਣ ਵਾਲਾ। ਆਪਣੇ ਆਪ ਉਹਦੇ ਅੰਦਰ ਪਰਮਾਤਮਾ ਦਾ ਨਾਮ ਗੂੰਜਦਾ ਰਹਿੰਦਾ ਹੈ।
ਪਰਮਾਤਮਾ ਦੇ ਅੰਦਰ ਬੋਲ ਰਿਹਾ ਹੁੰਦਾ ਹੈ, ਉਹ ਸੁਣ ਸੁਣ ਕੇ ਉਹਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਾਡੇ ਅੰਦਰ ਪਰਮਾਤਮਾ ਤੇ ਬੋਲ ਹੀ ਰਿਹਾ, ਸਾਡੇ ਅੰਦਰ ਨਾਮ ਲਗਾਤਾਰ ਚੱਲ ਰਿਹਾ, ਵਾਹਿਗੁਰੂ ਵਾਹਿਗੁਰੂ ਹੋ ਰਿਹਾ, ਸਾਡੇ ਅੰਦਰ ਬਾਣੀ ਚੱਲ ਰਹੀ ਹੈ, ਪਰ ਅਸੀਂ ਸੁਣਦੇ ਨਹੀਂ। ਮਨ ਰੁਕੇ, ਮਨ ਫੁਰਨਿਆਂ ਤੋਂ ਰੁਕੇ ਤਾਂ ਅੰਦਰਲੀ ਗੱਲ ਸੁਣੇ। ਸਾਡਾ ਮਨ ਰੁਕਦਾ ਨਹੀਂ ਹੈ, ਅੰਦਰਲੀ ਗੱਲ ਸਾਨੂੰ ਸੁਣਦੀ ਨਹੀਂ ਹੈ। ਜਿੱਦੇ ਮਨ ਕੁਝ ਸੈਕਿੰਡ ਲਈ ਵੀ ਰੁਕ ਗਿਆ, ਆਨੰਦ ਹੀ ਤੁਹਾਨੂੰ ਬੜਾ ਹੋਣਾ ਹੈ। ਇੰਨੀ ਮਨ ਨੂੰ ਸ਼ਾਂਤੀ ਪ੍ਰਾਪਤ ਹੋਣੀ, ਤੁਸੀਂ ਹੈਰਾਨ ਪਰੇਸ਼ਾਨ ਹੋ ਜਾਓਗੇ। 2-4 ਮਿੰਟਾਂ ਲਈ ਵੀ ਜੇ ਮਨ ਕਿਤੇ ਰੁਕ ਗਿਆ, ਫੁਰਨਾ ਬੰਦ ਹੋ ਗਿਆ, ਅਫੁਰ ਅਵਸਥਾ 'ਚ ਸ਼ਾਂਤੀ ਹੀ ਸ਼ਾਂਤੀ ਹੈ। ਸਾਡੇ ਫੁਰਨੇ ਹੀ ਸਾਨੂੰ ਸ਼ਾਂਤ ਨਹੀਂ ਹੁੰਦੇ, ਅਸ਼ਾਂਤ ਰੱਖਦੇ ਨੇ। ਪ੍ਰਗਟੇ ਗੋਪਾਲ ਮਹਾਂਤ ਕਹਿ ਮਤ। ਮਹਾਂਤ ਹੁੰਦਾ ਮਹਾਂਪੁਰਖ, ਪਰਮਾਤਮਾ ਮਹਾਂਪੁਰਖਾਂ ਦੇ ਮੱਥੇ 'ਤੇ ਪ੍ਰਗਟ ਹੋ ਜਾਂਦਾ। ਨਾਨਕ ਉਦਰੇ ਤਿਨ ਕੈ ਸਤ। ਫਿਰ ਜਿਹੜੇ ਮਹਾਂਪੁਰਖਾਂ ਦੀ ਸੰਗਤ ਕਰਦੇ ਨੇ, ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਕਿਉਂ ਕੋਈ ਵੀ ਸੰਗਤ 'ਚ ਆ ਕੇ ਫਿਰ ਨਾਮ ਜਪਣਾ ਸ਼ੁਰੂ ਕਰ ਦਿੰਦੇ ਨੇ, ਫਿਰ ਜਿਹੜਾ ਨਾਮ ਜਪਦਾ ਰਹਿੰਦਾ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਸ਼ਰਨ ਜੋਗ ਸੁਨ ਸ਼ਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਇਹ ਸੁਣ ਕੇ ਕਿ ਪਰਮਾਤਮਾ ਸ਼ਰਨ ਦਿੰਦਾ, ਜਿਹੜਾ ਪਰਮਾਤਮਾ ਦੀ ਸ਼ਰਨ 'ਚ ਆ ਜਾਏ, ਪਰਮਾਤਮਾ ਇਸ ਗੱਲ ਦੇ ਯੋਗ ਹੈ ਕਿ ਉਸ ਨੂੰ ਆਪਣੀ ਸ਼ਰਨ 'ਚ ਰੱਖਦਾ ਹੈ। ਇਹ ਗੱਲ ਸੁਣ ਕੇ ਕਹਿੰਦੇ ਅਸੀਂ ਸ਼ਰਨ 'ਚ ਆ ਕੇ ਪਰਮਾਤਮਾ ਦੇ। ਪਰਮਾਤਮਾ ਨੇ ਫਿਰ ਕੀ ਕੀਤਾ? ਕਰ ਕਿਰਪਾ ਪ੍ਰਭ ਆਪ ਮਿਲਾਏ। ਪਰਮਾਤਮਾ ਨੇ ਕਿਰਪਾ ਕੀਤੀ, ਆਪਣੇ ਨਾਲ ਮਿਲਾ ਲਿਆ, ਆਪਣੇ ਨਾਲ ਮਿਲਾ ਲਿਆ। ਮਿਟ ਗਏ ਬੈਰ ਪਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ। ਗੁਰੂ ਦੀ ਸੰਗਤ 'ਚ ਆ ਕੇ ਪਰਮਾਤਮਾ ਦਾ ਨਾਮ ਜੋ ਅੰਮ੍ਰਿਤ ਹੈ, ਜੋ ਅਮਰ ਕਰ ਦੇਣ ਵਾਲਾ ਹੈ, ਗੁਰੂ ਦੀ ਸੰਗਤ 'ਚ ਆ ਕੇ ਅਮਰ ਕਰ ਦੇਣ ਵਾਲਾ ਨਾਮ ਜਿਹੜਾ ਬੰਦਾ ਲੈਂਦਾ ਨਾ, ਜਪਦਾ, ਕੀ ਫਿਰ ਨਤੀਜਾ ਨਿਕਲਦਾ? ਮਿਟ ਗਏ ਵੈਰ। ਉਹਦੇ ਦਾ ਸਾਰਾ ਵੈਰ ਵਿਰੋਧ ਖਤਮ ਹੋ ਜਾਂਦਾ। ਪਏ ਸਭ ਰੇਨ, ਰੇਨ ਦੀ ਚਰਨ ਧੂੜ। ਉਹਦੇ ਅੰਦਰ ਇੰਨੀ ਨਿਮਰਤਾ ਪੈਦਾ ਹੋ ਜਾਂਦੀ ਹੈ ਕਿ ਉਹ ਲੋਕਾਂ ਦੀ ਚਰਨ ਧੂੜ ਹੋ ਜਾਂਦਾ ਹੈ। ਆਪਣੇ ਆਪ ਨੂੰ ਸਭ ਤੋਂ ਨੀਵਾਂ ਗਿਣਦਾ ਹੈ, ਦੂਜਿਆਂ ਨੂੰ ਆਪਣੇ ਆਪ ਤੋਂ ਉੱਤਮ ਗਿਣਦਾ ਹੈ। ਕਿਉਂ? ਗੁਰੂ ਦੀ ਸੰਗਤ ਕੀਤੀ ਉਹਨੇ। ਗੁਰੂ ਦੀ ਸੰਗਤ 'ਚ ਆ ਕੇ ਉਹਨੇ ਨਾਮ ਜਪਿਆ, ਸਾਰੇ ਵੈਰ ਵਿਰੋਧ ਮਿਟ ਗਏ, ਅੰਦਰ ਨਿਮਰਤਾ ਪੈਦਾ ਹੋ ਗਈ ਹੈ, ਸਭ ਦੀ ਚਰਨ ਧੂੜ ਹੋ ਗਿਆ ਹੈ। ਸੋ ਪ੍ਰਸੰਨ ਪਏ ਗੁਰਦੇਵ। ਫਿਰ ਜਦੋਂ ਸੰਗਤ ਕੀਤੀ ਗੁਰੂ ਦੀ, ਨਾਮ ਜਪਿਆ, ਫਿਰ ਗੁਰੂ ਮਹਾਰਾਜ ਖੁਸ਼ ਹੋ ਗਏ। ਪੂਰਨ ਹੋਈ ਸੇਵਕ ਕੀ ਸੇਵ। ਸੇਵਕ ਜਿਹੜਾ ਨਾਮ ਜਪਣ ਦੀ ਸੇਵਾ ਕਰਦਾ ਸੀ, ਉਹਦੀ ਪੂਰਨ ਹੋ ਗਈ, ਸਫਲੀ ਹੋ ਗਈ। ਆਲ ਜੰਜਾਲ ਬਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ। ਰਾਮ ਨਾਮ ਸੁਨ ਰਸਨਾ ਕਹਤੇ। ਜਿਹੜੇ ਰਾਮ ਦਾ ਨਾਮ ਸੁਣਦੇ ਹਨ ਅਤੇ ਰਸਨਾ ਜੀਵ ਦੇ ਨਾਲ ਨਾਮ ਜਪਦੇ ਹਨ, ਉਹ ਕੀ ਹੁੰਦਾ? ਆਲ ਜੰਜਾਲ। ਆਲ ਘਰ ਨੂੰ ਕਹਿੰਦੇ ਨੇ, ਹਿੰਦੀ ਵਾਲੇ ਕਹਿੰਦੇ ਆਲਿਆ, ਆਪਾਂ ਸਿੱਧਾ ਬਣਾ ਲਿਆ ਆਲ। ਜਿਵੇਂ ਹਿਮਾਲਿਆ, ਹਿੰਦੀ 'ਚ ਹਿਮਾਲਿਆ, ਹਿਮ ਬਰਫ਼ ਨੂੰ ਕਹਿੰਦੇ ਹਿੰਦੀ 'ਚ। ਆਲਿਆ ਮੈਨੇ ਘਰ, ਬਰਫ਼ ਦਾ ਘਰ, ਹਿਮਾਲਿਆ। ਪੰਜਾਬੀ ਨੂੰ ਸਿੱਧਾ ਬਣਾ ਲਿਆ ਹਿਮਾਲਾ। ਅਸੀਂ ਸਿੱਧਾ ਬਣਾਇਆ ਹਿਮਾਲਾ, ਹਿਮ ਆਲਾ, ਬਰਫ਼ ਦਾ ਘਰ। ਸੋ ਗੁਰੂ ਮਹਾਰਾਜ ਕਹਿੰਦੇ ਆਲ ਜੰਜਾਲ, ਇਹ ਘਰ ਦੇ ਝੰਜਟਾਂ ਤੋਂ, ਬੇਕਾਰ ਬੁਰਾਈਆਂ ਤੋਂ ਰਹਿਤੇ ਦੇ ਰਹਿਤ ਹੋ ਜਾਂਦੇ ਹਨ। ਘਰ ਦੇ ਝੰਜਟ ਖਤਮ ਹੋ ਜਾਂਦੇ ਨੇ, ਬੁਰਾਈਆਂ ਅੰਦਰੋਂ ਖਤਮ ਹੋ ਜਾਂਦੀਆਂ ਨੇ। ਕਿਹਦੀਆਂ? ਰਾਮ ਨਾਮ ਸੁਨ ਰਸਨਾ ਕਹਤੇ। ਜਿਹੜੇ ਪਰਮਾਤਮਾ ਦਾ ਨਾਮ ਸੁਣਦੇ ਨੇ ਅਤੇ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਦੇ ਨੇ, ਉਹ ਘਰ ਦੇ ਝੰਜਟਾਂ ਤੋਂ ਅਤੇ ਬੁਰਾਈਆਂ ਤੋਂ ਰਹਿਤ ਹੋ ਜਾਂਦੇ ਹਨ। ਆਲ ਜੰਜਾਲ ਬੇਕਾਰ ਤੇ ਰਹਤੇ,
RAM नाम सुन रस न कहते, आल जंजाल बिकारते रहते। RAM नाम सुन रस न कहते, जंजाल बिकारते रहते। RAM नाम सुन रस न कहते, आल जंजाल बिकारते रहते। RAM नाम सुन रस न कहते। ਕਰ ਪ੍ਰਸਾਦ ਦਇਆ ਪ੍ਰਭ ਧਾਰੀ। ਹੁਣ ਜੇ ਰਾਮ ਨਾਮ ਸੁਣਿਆ, ਰਸਨਾ ਦੇ ਨਾਲ ਨਾਮ ਜਪਿਆ, ਪਰਮਾਤਮਾ ਨੇ ਕਿਰਪਾ ਕਰਤੀ। ਪ੍ਰਸਾਦ ਕਿਰਪਾ, ਕਰ ਪ੍ਰਸਾਦ ਦਇਆ ਪ੍ਰਭ ਧਾਰੀ। ਪਰਮਾਤਮਾ ਨੇ ਕਿਰਪਾ ਕੀਤੀ, ਜੀਵ ਤੇ ਦਇਆ ਕੀਤੀ। ਨਾਨਕ ਨਿਭੀ ਖੇਪ ਹਮਾਰੇ। ਸਾਡਾ ਇੱਕ ਖੇਪ ਹੁੰਦਾ ਸੌਦਾ, ਨਾਮ ਰੂਪੀ ਸੌਦਾ, ਇਹ ਨਿਭ ਗਿਆ, ਭਾਵ ਸੱਚਖੰਡ ਤੱਕ ਪਹੁੰਚ ਗਿਆ। ਇਹ ਨਹੀਂ ਕਿ ਰਾਹ 'ਚ ਕਿਤੇ ਰਹਿ ਗਿਆ ਹੈ। ਮਨੁੱਖ ਦਾ ਨਾਮ ਰੂਪੀ ਸੌਦਾ ਸੱਚਖੰਡ ਤੱਕ ਪਹੁੰਚ ਜਾਂਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹਨੂੰ ਸਾਵਧਾਨ ਪੰਜਾਬੀ ਤਰ੍ਹਾਂ ਨਹੀਂ ਪੜ੍ਹ ਦੇਣਾ, ਇਹ ਹਿੰਦੀ ਦਾ ਸ਼ਬਦ ਹੈ। ਜਿਵੇਂ ਪੰਜਾਬੀ 'ਚ ਆਪਾਂ ਕਹਿੰਦੇ ਭਰਾ, ਹਿੰਦੀ ਕਹਿੰਦੇ ਭਰਾ। ਪੰਜਾਬੀ ਕਹਿੰਦੇ ਭਾਈ, ਹਿੰਦੀ ਕਹਿੰਦੇ ਭਾਈ। ਪੰਜਾਬੀ ਕਹਿੰਦੇ ਘੜਾ, ਹਿੰਦੀ ਕਹਿੰਦੇ ਘੜਾ। ਪੰਜਾਬੀ ਕਹਿੰਦੇ ਘੋੜਾ, ਹਿੰਦੀ ਕਹਿੰਦੇ ਘੋੜਾ। ਉਸ ਤਰ੍ਹਾਂ ਫਿਰ ਬੋਲਣਾ ਜਿਹੜੇ ਹਿੰਦੀ ਦੇ ਸ਼ਬਦ ਨੇ, ਉਸ ਤਰ੍ਹਾਂ ਦਾ ਉਚਾਰਨ ਕਰਨਾ। ਕੁਝ ਹਿੰਦੀ ਅਤੇ ਪੰਜਾਬੀ ਦੇ ਸ਼ਬਦ ਸਾਂਝੇ ਨੇ, ਜਿਵੇਂ ਭਾਈ ਹੈ, ਹਿੰਦੀ ਦਾ ਵੀ ਹੈ, ਪੰਜਾਬੀ ਦਾ ਵੀ। ਘੋੜਾ ਹੈ, ਹਿੰਦੀ ਦਾ ਵੀ ਹੈ, ਪੰਜਾਬੀ ਦਾ ਵੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਹੇ ਸੰਤਰੋ, ਹੇ ਸੰਤੋ, ਹੇ ਮਿੱਤਰੋ, ਪਰਮਾਤਮਾ ਦੀ ਸਿਫਤ ਸਲਾਹ ਕਰੋ। ਕਿਵੇਂ ਕਰੋ? ਸਾਵਧਾਨ ਇਕਾਗਰ ਚਿੱਤ। ਸਾਵਧਾਨ ਹੋ ਕੇ ਅਤੇ ਇਕਾਗਰ ਚਿੱਤ ਹੋ ਕੇ। ਇਹ ਨਹੀਂ ਕਿ ਧਿਆਨ ਕਿਤੇ ਹੋਰ ਗਿਆ ਹੋਇਆ ਅਤੇ ਬੰਦਾ ਬਾਣੀ ਪੜ੍ਹੀ ਦੇ ਨਾਮ ਜਪੀ ਜਾਂਦਾ ਹੈ। ਇਸ ਤਰ੍ਹਾਂ ਨਹੀਂ, ਧਿਆਨ ਨਾਲ। ਜੀਵਨ ਵਿੱਚ ਧਿਆਨ ਦੀ ਮਹਾਨਤਾ ਹੈ। ਲੋਕ ਬੇਧਿਆਨੇ ਹਨ, ਇਸ ਲਈ ਇੰਨੇ ਐਕਸੀਡੈਂਟ ਹੁੰਦੇ ਹਨ। ਦੋ ਧਿਰਾਂ 'ਚ ਇੱਕ ਤਾਂ ਬੇਧਿਆਨੇ ਹਨ, ਤਾਂ ਐਕਸੀਡੈਂਟ ਹੋਇਆ। ਜੇ ਆਉਣ ਵਾਲਾ ਵੀ ਧਿਆਨ ਰੱਖੇ ਵੀ ਸਾਹਮਣੇ ਕਿਹੜਾ ਆ ਰਿਹਾ, ਮੈਂ ਆਪਣਾ ਬਚਾਅ ਕਰਨਾ, ਅਤੇ ਜਿਹੜਾ ਜਾਣ ਵਾਲਾ ਵੀ ਸਾਹਮਣੇ ਧਿਆਨ ਰੱਖੇ, ਫਿਰ ਐਕਸੀਡੈਂਟ ਨਹੀਂ ਹੋ ਸਕਦਾ। ਐਕਸੀਡੈਂਟ ਹੋਣ ਦਾ ਕਾਰਨ ਹੀ ਹੈ ਕਿ ਮਨੁੱਖ ਬੇਧਿਆਨਾ ਹੋ ਗਿਆ। ਇੱਕ ਬੰਦੇ ਦੇ ਬੇਧਿਆਨੇ ਹੋਣ ਕਾਰਨ ਦੋਨਾਂ ਪਾਸਿਆਂ ਦਾ ਕਿੰਨਾ ਨੁਕਸਾਨ ਹੋ ਜਾਂਦਾ ਹੈ। ਆਪਣੇ ਵੀ ਮਰ ਗਏ ਅਤੇ ਦੂਜਿਆਂ ਨੂੰ ਅਸੀਂ ਮਾਰਤਾ, ਲੱਤਾਂ ਬਾਹਾਂ ਦੀਆਂ ਤੋੜਦੀਆਂ, ਸਿਰਫ ਬੇਧਿਆਨੇ ਹੋਣ ਕਰਕੇ। ਅੱਜ ਜਦੋਂ ਮੋਬਾਈਲ ਆਏ ਨੇ, ਇਹਨਾਂ ਬਹੁਤ ਹੀ ਬੇਧਿਆਨੇ ਲੋਕਾਂ ਨੂੰ ਕਰ ਦਿੱਤਾ। ਹੁਣ ਤਾਂ ਦੁਨੀਆ ਇੱਕ ਹੱਥ ਨਾਲ ਹੀ ਕਾਰ ਚਲਾ ਰਹੀ, ਇੱਕ ਹੱਥ ਨਾਲ ਸਕੂਟਰ ਚਲਾ ਰਹੀ, ਅਤੇ ਜੇ ਕਿਤੇ ਦੂਜਾ ਹੱਥ ਵਰਤਣਾ ਪੈ ਜਾਵੇ, ਫਿਰ ਉਹਨੇ ਮੋਢੇ ਦੇ ਵਿੱਚ ਐ ਦਿੱਤਾ ਤੇ ਮੋਬਾਈਲ, ਇਸ ਤਰ੍ਹਾਂ ਦਿੱਤਾ ਹੁੰਦਾ। ਵਿੰਗੀਆਂ ਧੌਣਾ, ਇੱਕ ਵਾਰੀ ਲੇਖ ਆਇਆ ਸੀ, ਵਿੰਗੀਆਂ ਧੌਣਾ। ਸੋ ਬਹੁਤੇ ਲੋਕ ਧੌਣਾ ਵਿੰਗੀਆਂ ਹੋ ਗਏ, ਮੋਬਾਈਲ ਇਸ ਤਰ੍ਹਾਂ ਕਰੀ ਰੱਖਦੇ ਨੇ। ਅਤੇ ਜਦੋਂ ਜ਼ਿੰਦਗੀ 'ਚ ਅਸੀਂ ਧਿਆਨ ਨਾਲ ਕੁਛ ਕਰਨੇ ਹੀ ਨਹੀਂ, ਅਤੇ ਫਿਰ ਬਾਣੀ ਪੜ੍ਹਨ ਵੇਲੇ ਕਿਵੇਂ ਧਿਆਨ ਹੋ ਸਕਦਾ ਜੀ? ਉਹ ਜੀ ਮੇਰਾ ਧਿਆਨ ਨਹੀਂ ਲੱਗਦਾ ਜੀ, ਮੈਂ ਜਿਹੜੇ ਤੁਸੀਂ ਕੰਮ ਸੰਸਾਰ ਦੀ, ਉਹ ਕਿਹੜੇ ਧਿਆਨ ਨਾਲ ਕਰਦੇ ਹੋ? ਉਹ ਕਿਹੜੇ ਧਿਆਨ ਕਰ? ਛੋਟੇ ਦੇ ਬਾਪੂ ਦੇ ਗਾਲਾਂ ਖਾਣੀਆਂ, ਅੰਨਾ ਦਿਸਦਾ ਨਹੀਂ ਤੈਨੂੰ? ਕਦੇ ਗਲਾਸ ਟੁੱਟ ਗਿਆ, ਕਦੇ ਠੁੱਡਾ ਵੱਜਿਆ, ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ। ਬੇਧਿਆਨੀ ਹੋਣ ਕਰਕੇ ਹੀ। ਕਿੰਨੇ ਬੱਚੇ ਨੂੰ ਮੈਂ ਕੁੱਟ ਖਾਂਦੇ ਟੀਚਰਾਂ ਤੋਂ ਦੇਖੇ। ਛੋਟੇ ਹੁੰਦੇ ਸੀ, ਆਪਣੀ ਬੋਰੀਆਂ ਲੈ ਕੇ ਜਾਂਦੇ ਹੁੰਦੇ ਸੀ। ਉਦੋਂ ਟਾਟ ਨਹੀਂ ਸੀ ਸਰਕਾਰੀ ਕੋਈ ਹੁੰਦੇ, ਆਪਣੀ ਬੋਰੀਆਂ 'ਤੇ ਬਹਿੰਦੇ ਸੀ। ਕਾਲੀ ਸਿਆਹੀ ਵਾਲੀ ਦਵਾਤ ਹੁੰਦੀ ਸੀ, ਉਦੋਂ ਕਲਮ ਨਾਲ ਲਿਖਦੇ ਸੀ। ਬੱਚੇ ਨੂੰ ਆ ਗਿਆ ਪਿਸ਼ਾਬ, ਪਹਿਲੀ ਦੂਜੀ ਦਾ, ਉਹ ਉੱਠਿਆ, ਮਾਸਟਰ ਜੀ ਸਰ ਜੀ ਦਾ ਕੋਈ ਕਹਿੰਦੇ ਮਾਸਟਰ ਪਿਸ਼ਾਬ ਕਰ ਰਿਹਾ, ਉਹਨੇ ਬੂਥਾ ਉੱਪਰ ਚੱਕਿਆ, ਠੁੱਡਾ ਵੱਜਦਾ ਕਿਸੇ ਦਵਾਤ ਨੂੰ, ਉਹ ਸਿਆਹੀ ਵਾਲੇ ਦੇ ਕੱਪੜੇ 'ਤੇ ਡੁੱਲ ਜਾਂਦੇ ਸੀ।
ਉਹਦੇ ਕੱਪੜੇ ਖਰਾਬ ਹੋਏ ਤੇ ਟੀਚਰ ਨੂੰ ਕੁੱਟਣਾ, ਤੂੰ ਅੰਨੇ ਦਿਨ ਦੇ ਦਾਂਗੇ। ਅਤੇ ਆਹੀ ਤਮਾਸ਼ਾ ਮੈਂ ਸਾਰੀ ਉਮਰ ਵੇਖਦਾ ਰਿਹਾ ਅਤੇ ਹੁਣ ਵੀ ਵੇਖ ਰਿਹਾ ਹਾਂ। ਲੋਕ ਅੰਨੇ ਨੇ। ਇਹੀ ਕਾਰਨ ਹੈ ਕਿ 7ਵੀਂ ਦੇ ਜਦੋਂ ਮੈਂ ਗਿਆ, ਇੰਗਲਿਸ਼ ਦੀ ਕਿਤਾਬ ਦੇ 'ਚ ਪਹਿਲਾ ਜਿਹੜਾ ਲੈਸਨ ਸੀ, ਬਾਕੀ ਨਹੀਂ ਮੈਨੂੰ ਪਤਾ ਸਾਰੀ ਕਿਤਾਬ 'ਚ ਕੀ ਸੀ, ਕੁਛ ਨਹੀਂ, ਮੈਨੂੰ ਉਹ ਯਾਦ 2 ਲਾਈਨਾਂ ਰਹਿ ਗਈ। ਉਹ 'ਚ ਲਿਖ ਸੀ, ਦੇਅਰ ਆਰ ਮੈਨ ਹੂ ਹੈਵ ਆਈਜ਼ ਬਟ ਡੂ ਨਾਟ ਸੀ। ਬਹੁਤ ਸਾਰੇ ਲੋਕ ਜਿਹੇ ਨੇ ਅੱਖਾਂ ਤੇ ਹਨ ਪਰ ਵੇਖਦੇ ਨਹੀਂ। ਦੇਅਰ ਆਰ ਮੈਨ ਹੂ ਹੈਵ ਈਅਰਜ਼ ਬਟ ਡੂ ਨਾਟ ਹੀਅਰ। ਕੰਨ ਤੇ ਹਨ, ਸੁਣਦੇ ਨਹੀਂ। ਮੈਂ ਬਿਲਕੁਲ ਠੀਕ ਹੈ। ਇਸ ਲਈ ਇਹ 1957 ਦੀ ਮੈਨੂੰ ਗੱਲ ਯਾਦ ਹੈ। ਕਿਉਂ? ਮੈਂ ਕਿਹਾ ਵੀ ਤਾਂ ਵਾਕਈ ਠੀਕ ਹੈ। ਕਿਉਂ? ਰੋਜ਼ ਮੈਂ ਕੁੱਟ ਖਾਂਦੇ ਜਵਾਕਾਂ ਨੂੰ ਵੇਖਦਾ ਸੀ, ਆਹ ਕੁੱਟ ਖਾ ਰਿਹਾ, ਉਹਦੀ ਸਿਆਹੀ ਡੋਲਤੀ, ਉਹਦਾ ਆਹ ਕਰਤਾ, ਉਹਦਾ ਉਹ ਕਰਤਾ। ਬੇਧਿਆਨੇ ਹੋਣ ਕਰਕੇ ਜੋ ਸਾਰੀ ਉਮਰ ਬੇਧਿਆਨੇ ਲੰਘਾਤੀ, ਅਤੇ ਅਸੀਂ ਕੀ ਸੋਚਦੇ ਸਾਡਾ ਬਾਣੀ ਅਤੇ ਨਾਮ 'ਚ ਮਨ ਲੱਗੇਗਾ? ਸਵਾਲ ਹੀ ਪੈਦਾ ਨਹੀਂ ਹੁੰਦਾ। ਨਿਤਨੇਮ ਹੋ ਜਾਂਦਾ, ਐਵੇਂ 20% ਫਲ ਮਿਲਦਾ ਹੋਣਾ, ਬਾਕੀ ਤੇ ਵੀ ਲੰਘ ਲੁੰਘ ਗਿਆ, ਉਹ ਕਿਤੇ ਵੀ ਲੰਘ ਗਿਆ। ਕਿਉਂ? ਧਿਆਨ ਦੀ ਆਦਤ ਹੀ ਨਹੀਂ ਪਈ। ਧਿਆਨ ਦੀ ਆਦਤ ਪਾਉਣੀ ਪੈਂਦੀ ਹੈ ਬੱਚਿਆਂ 'ਚ। ਆਪਣੇ ਆਪ ਨਹੀਂ ਪਿਆ ਕਰਦੇ ਹੁੰਦੇ। ਮਾਂ ਪਿਓ ਪਹਿਲਾਂ ਸਿਆਣੇ ਹੋਣੇ ਚਾਹੀਦੇ। ਵਿਰਲੇ ਟਾਵੇਂ ਬੱਚੇ ਨੇ ਜਿਹਨਾਂ ਨੂੰ ਸਿਆਣੇ ਮਾਂ ਪਿਓ ਮਿਲਦੇ ਨੇ, ਨਹੀਂ ਤਾਂ ਬਸ ਐਵੇਂ ਸ਼ਰਾਬੀ ਕਬਾਬੀ ਜੇ ਲੋਕ ਫਿਰੀ ਜਾਂਦੇ। ਉਹਨਾਂ ਕੀ ਅਕਲ ਦੇਣੀ ਹੈ ਕਿਸੇ ਨੂੰ, ਜਿਹਨੂੰ ਆਪ ਹੀ ਅਕਲ ਨਹੀਂ ਹੈਗੀ। ਇੱਕ ਬੇਅਕਲ ਬਾਪ ਆਪਣੇ ਬੱਚੇ ਨੂੰ ਕੀ ਅਕਲ ਦੇ ਸਕਦਾ ਹੈ? ਬੇਧਿਆਨੀ ਦੁਨੀਆ ਫਿਰਦੀ ਹੈ। ਅੱਜ ਕੱਲ੍ਹ ਜਿਹੜੇ ਮੰਡੀਰ ਹੈ, ਇਹ ਕਿਸੇ ਦੇ ਅੱਖ ਹੀ ਨਹੀਂ ਲੱਗਦੇ। ਔਰ 1.5 ਲੱਖ ਦਾ ਮੋਟਰਸਾਈਕਲ ਇਹਨਾਂ ਲਿਆ ਹੁੰਦਾ, ਦੁੱਗ ਕਰਨ ਵਾਲਾ, ਜ਼ੋਰ ਦੀ ਭਜਾਈ ਜਾਂਦੇ, ਅਤੇ ਫਿਰ ਪਟਾਕੇ ਪਾਈ ਜਾਂਦੇ ਨੇ। ਪਟਾਕੇ ਪਾ ਰਹੇ ਨੇ, ਹੌਰਨ ਲਾ ਰੱਖੇ ਨੇ ਵਿੱਚ। ਹਾਂਜੀ, ਵੀ ਆਹਾ ਐਂਬੂਲੈਂਸ ਮਗਰ ਆ ਰਹੀ ਹੈ, ਕੋਈ ਵਾਈਪੀ ਆ ਰਿਹਾ, ਕੋਈ ਮਗਰ ਪਰਾਂ ਹੋ ਜਾਵੇ, ਆਹ ਅਤੇ ਮਗਰ ਪਰ ਆਹ ਸੜਿਆ ਜਿਹਾ ਮੋਟਰਸਾਈਕਲ 'ਤੇ ਜਾ ਰਿਹਾ। ਇਹ ਤਾਂ ਹਾਲ ਹੈ ਜਵਾਕਾਂ ਦਾ। ਇਹਨੇ ਕੀ ਜ਼ਿੰਦਗੀ 'ਚ ਰੰਗ ਲਾਉਣੇ ਨੇ, ਜਿਹਨੂੰ ਚੱਜ ਹੀ ਕੋਈ ਨਹੀਂ ਹੈਗਾ, ਜਿਹਨੂੰ ਚੱਜ ਚਾਰ ਹੀ ਨਹੀਂ ਸਿਖਾਇਆ ਕਿ ਉਹਨਾਂ ਜ਼ਿੰਦਗੀ ਰੰਗ ਕੀ ਇਹਨਾਂ ਤੋਂ ਤੁਸੀਂ ਉਮੀਦ ਕਰਦੇ ਵੱਡੇ ਹੋ ਕੇ ਕੀ ਰੰਗ ਲਾ ਦੇਣਗੇ? ਕੁਚੱਜੀ ਸੰਸਾਰ 'ਚ ਇਹਨਾਂ ਨੇ ਫੈਲਾਉਣਾ ਹੈ, ਕੁਚੱਜਿਆਂ ਨੇ। ਕੁਚੱਜ ਆਲੇ ਦੁਆਲੇ ਹੋ ਗਿਆ ਹੈ। ਇਸ ਲਈ ਸੁੱਖ ਤੇ ਮੁੱਕ ਗਿਆ, ਸੁੱਖ ਤੇ ਰਹੀ ਕੋਈ ਨਹੀਂ ਹੈਗੀ। ਤਾਂ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਹੇ ਸੰਤੋ ਮਿੱਤਰੋ, ਪਰਮਾਤਮਾ ਦੀ ਸਿਫਤ ਸਲਾਹ ਤੇ ਕਰੋ, ਪਰ ਸਾਵਧਾਨ ਤੇ ਇਕਾਗਰ ਚਿੱਤ ਹੋ ਕੇ ਕਰੋ, ਭਾਵ ਧਿਆਨ ਨਾਲ ਕਰੋ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ। ਪਰਮਾਤਮਾ ਜਿਹੜਾ ਨਾਮ ਹੈ ਨਾ, ਇੱਕ ਤਾਂ ਸਾਡੇ ਦੇ ਗੁਣ ਪੈਦਾ ਕਰਦਾ ਹੈ। ਇਹ ਸੁੱਖਾਂ ਦੀ ਮਣੀ ਹੈ। ਇਹ ਸਾਡੇ 'ਚ ਸਹਿਜ ਅਵਸਥਾ ਪੈਦਾ ਕਰਦਾ ਹੈ। ਪਰਮਾਤਮਾ ਦਾ ਨਾਮ ਸੁੱਖਾਂ ਦੀ ਮਣੀ ਹੈ, ਸੁੱਖਾਂ ਦਾ ਖਜ਼ਾਨਾ ਹੈ, ਸਭ ਤੋਂ ਸ੍ਰੇਸ਼ਟ ਸੁੱਖ ਹੈ। ਇਹ ਸਹਿਜ ਅਵਸਥਾ ਦਿੰਦਾ ਹੈ, ਇਹ ਅੰਦਰ ਗੁਣ ਪੈਦਾ ਕਰਦਾ ਹੈ। ਇਸੇ ਨਾਮ ਜਪੀ ਜਾਣਾ ਚਾਹੀਦਾ ਹੈ। ਜਿਸ ਮਨ ਬਸੈ ਸੋ ਹੋਤ ਨਿਧਾਨ। ਜਿਹਦੇ ਮਨ 'ਚ ਪਰਮਾਤਮਾ ਦਾ ਨਾਮ ਵਸ ਜਾਏ ਨਾ, ਉਹ ਤਾਂ ਗੁਣਾਂ ਦਾ ਖਜ਼ਾਨਾ ਹੋ ਜਾਂਦਾ ਹੈ। ਉਹ ਤਾਂ ਆਪ ਹੀ ਗੁਣਾਂ ਦਾ ਖਜ਼ਾਨਾ ਹੋ ਜਾਂਦਾ, ਕਿਉਂਕਿ ਪਰਮਾਤਮਾ ਦੇ ਸਾਰੇ ਗੁਣ ਉਹਦੇ ਨਾਮ ਵਿੱਚ ਨੇ। ਅਤੇ ਜੇ ਤੁਹਾਡੇ ਅੰਦਰ ਨਾਮ ਵਸ ਗਿਆ ਤਾਂ ਰੱਬੀ ਗੁਣ ਤੁਹਾਡੇ ਅੰਦਰ ਵਸ ਗਏ। ਬਸ ਤੁਸੀਂ ਗੁਣਾਂ ਦਾ ਖਜ਼ਾਨਾ ਹੋ ਗਏ। ਫਿਰ ਹੋਰ ਕੀ ਹੋਏਗਾ? ਸਰਬ ਇੱਛਾ ਤਾਂ ਕਿ ਪੂਰਨ ਹੋਏ। ਹਰ ਪ੍ਰਕਾਰ ਦੀ ਉਹਦੀ ਇੱਛਾ ਪੂਰੀ ਹੋ ਜਾਏਗੀ, ਕਿਉਂਕਿ ਉਹਦੇ ਕੋਲ ਨਾਮ ਹੈ। ਨਾਮ ਨੇ ਤੁਹਾਡੀ ਤ੍ਰਿਸ਼ਨਾਵਾਂ ਹੀ ਖਤਮ ਕਰ ਦੇਣੀਆਂ ਨੇ। ਇੱਛਾ ਪੂਰਕ ਪਰਮਾਤਮਾ ਨਾਮ ਇੱਛਾ ਪੂਰੀ ਕਰਨ ਵਾਲਾ ਹੈ। ਤੁਹਾਡੀ ਇੱਛਾ ਪੂਰੀ ਹੋ ਜਾਏਗੀ। ਫਜ਼ੂਲ ਦੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਏ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੇ, ਖਤਮ ਹੋ ਜਾਏਗਾ। ਹਰ ਪ੍ਰਕਾਰ ਦੀ ਉਹਦੀ ਇੱਛਾ ਪੂਰੀ ਹੋ ਜਾਂਦੀ ਹੈ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਉਹ ਮਹਾਂਪੁਰਖ ਹੋ ਜਾਂਦਾ ਹੈ। ਲੋਏ ਦਾ ਸੰਸਾਰ ਅਤੇ ਸਾਰੇ ਸੰਸਾਰ 'ਚ ਪ੍ਰਸਿੱਧ ਹੋ ਜਾਂਦਾ ਹੈ। ਗੁਰੂ ਨਾਨਕ ਦੇ ਨਾਮ ਨੂੰ ਸਾਰਾ ਸੰਸਾਰ ਜਾਣਦਾ ਹੈ। ਮਹਾਤਮਾ ਬੁੱਧ ਦੇ ਨਾਮ ਨੂੰ ਸਾਰਾ ਸੰਸਾਰ ਜਾਣਦਾ ਹੈ। ਮੁਹੰਮਦ ਸਾਹਿਬ ਦੇ ਨਾਮ ਨੂੰ ਸਾਰਾ ਸੰਸਾਰ ਜਾਣਦਾ ਹੈ। ਈਸਾ ਮਸੀਹ ਦੇ ਨਾਮ ਨੂੰ ਸਾਰਾ ਸੰਸਾਰ ਜਾਣਦਾ ਹੈ।
ਸਾਰੇ ਸੰਸਾਰ 'ਚ ਪ੍ਰਸਿੱਧ ਹੋ ਜਾਂਦੇ ਨੇ। ਉਹ ਮਹਾਂਪੁਰਖ ਹੋ ਜਾਂਦੇ ਹਨ। ਸਭ ਤੇ ਊਂਚ ਪਾਏ ਅਸਥਾਨ, ਉਹਨੂੰ ਇੰਨਾ ਉੱਚਾ ਅਸਥਾਨ ਪ੍ਰਾਪਤ, ਆਤਮਿਕ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ, ਬੋਹਰ ਨਾ ਹੋਵੇ ਆਵਣ ਜਾਣ। ਬੋਹਰ ਹੁੰਦਾ ਦੁਬਾਰਾ, ਉਹਨੂੰ ਦੁਬਾਰਾ ਜੰਮਣ ਮਰਨ ਦੀ ਲੋੜ ਹੀ ਨਹੀਂ ਰਹਿੰਦੀ, ਉਹਦਾ ਦੁਬਾਰਾ ਜਨਮ ਮਰਨ ਹੁੰਦਾ ਹੀ ਨਹੀਂ ਹੈ। ਹਰ ਤਨ ਖਾੜ ਚਲੇ ਜਨ ਸੋਏ, ਉਹ ਵਿਅਕਤੀ ਹੀ ਨਾਮ ਤਨ ਖੱਟ ਕੇ ਜਾਂਦਾ ਹੈ। ਸੋਏ ਮੈਨੇ ਉਹ ਜਨ, ਜਨ ਸੋਏ ਉਹ ਜਨ। ਹਰ ਤਨ ਖਾੜ ਚੱਲੇ, ਨਾਮ ਤਨ ਖੱਟ ਕੇ ਉਹੀ ਜਾਂਦਾ ਹੈ। ਨਾਨਕ ਜਿਸੈ ਪ੍ਰਾਪਤ ਹੋਏ, ਜਿਹਦੇ ਭਾਗਾਂ 'ਚ ਪ੍ਰਾਪਤੀ ਲਿਖੀ ਹੁੰਦੀ ਹੈ। ਜਿਹਦੇ ਭਾਗਾਂ 'ਚ ਲਿਖਿਆ ਹੋਇਆ ਨਾ ਤੈਨੂੰ ਪਰਮਾਤਮਾ ਪ੍ਰਾਪਤ ਹੋਵੇਗਾ, ਸਿਰਫ ਉਸੇ ਨੂੰ ਹੀ ਹੁੰਦਾ, ਬਾਕੀ ਨੂੰ ਨਹੀਂ ਹੁੰਦਾ। ਬਾਕੀ ਆਪਣਾ ਨਾਮ ਜਪੀ ਜਾਓ, ਅਗਲੇ ਜਨਮ 'ਚ ਹੋ ਗਿਆ, ਪਤਾ ਨਹੀਂ ਅਗਲੇ ਜਨਮ 'ਚ ਹੋਗਾ। ਜਿਸ ਜਨਮ 'ਚ ਪ੍ਰਾਪਤੀ ਹੋਣੀ ਤੁਹਾਡੀ ਕਿਸਮਤ 'ਚ ਲਿਖ ਦੇਗਾ ਪਰਮਾਤਮਾ, ਵੀ ਤੈਨੂੰ ਇਸ ਜਨਮ 'ਚ ਪ੍ਰਾਪਤੀ ਹੋ ਜਾਣੀ ਬਸ। ਸੋ ਇਹ ਹਰੀ ਦਾ ਧਨ ਨਾਮ ਤਨ ਖੱਟ ਕੇ ਉਹੀ ਵਿਅਕਤੀ ਜਾਂਦਾ ਜਿਹਦੇ ਭਾਗਾਂ 'ਚ ਪਹਿਲਾਂ ਹੀ ਪ੍ਰਾਪਤੀ ਲਿਖੀ ਹੁੰਦੀ ਹੈ। ਅੱਗੇ ਕਹਿੰਦੇ ਖੇਮ ਸ਼ਾਂਤ ਰਿੱਧ ਨਵ ਨਿੱਧ, ਬੁੱਧ ਗਿਆਨ ਸਰਬ ਤਹਿ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਊਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਣੇ, ਗੁਰ ਨਾਨਕ ਨਾਮ ਬਚਨ ਮਨ ਸੁਣੇ। ਇਹ ਜਿਹੜਾ ਸ਼ਬਦ ਹੈ ਇਹ ਪਿੱਛੋਂ ਅਰਥ ਸਾਨੂੰ ਸ਼ੁਰੂ ਕਰਨੇ ਪੈਣਗੇ। ਗੁਣ ਗੋਬਿੰਦ ਨਾਮ, ਗੁਰ ਨਾਨਕ ਨਾਮ ਬਚਨ ਮਨ ਸੁਣੇ। ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਸੁਣਦੇ ਨੇ, ਗੁਰੂ ਦੇ ਬਚਨਾਂ ਨੂੰ ਸੁਣਦੇ ਹਨ। ਪਹਿਲਾਂ ਪਿਛਲੀ ਲਾਈਨ ਦੇ ਅਰਥ ਕਰਨੇ ਪੈਣਗੇ, ਫਿਰ ਉੱਪਰ ਨੂੰ ਜਾਵਾਂਗੇ ਤਾਂ ਇਹ ਗੱਲ ਸਮਝ ਆਉਣੀ ਹੈ। ਗੁਰ ਨਾਨਕ ਨਾਮ ਬਚਨ ਮਨ ਸੁਣੇ, ਜਿਹੜਾ ਗੁਰੂ ਦੇ ਬਚਨਾਂ ਨੂੰ ਸੁਣਦਾ ਹੈ, ਜਿਹੜਾ ਪਰਮਾਤਮਾ ਦੇ ਨਾਮ ਨੂੰ ਸੁਣਦਾ ਹੈ, ਉਹਨੂੰ ਕੀ ਮਿਲਦਾ? ਇਹ ਫਲ ਤਿਸ ਜਨ ਕੈ ਮੁਖ ਬਣੇ। ਉੱਪਰ ਜਿੰਨੇ ਫਲ ਲਿਖੇ ਹੋਏ ਨੇ ਕਹਿੰਦਾ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ ਹਨ, ਉਹਦੇ ਹਿਰਦੇ 'ਚ ਵਸ ਜਾਂਦੇ ਹਨ। ਭਣੇ ਉਂਝ ਹੁੰਦਾ ਉਚਾਰਨਾ, ਮੁੱਖ ਨਾਲ ਉਚਾਰਨਾ, ਭਾਵ ਮੁੱਖ ਵਿੱਚ ਵਸ ਜਾਣਾ, ਹਿਰਦੇ 'ਚ ਵਸ ਜਾਣਾ। ਉਹ ਕਿਹੜੇ ਫਲ ਨੇ ਅੱਗੇ ਦੱਸ ਜਾਣਗੇ, ਇੱਧਰ ਨੂੰ ਪਿੱਛੇ ਨੂੰ ਜਾਈ ਜਾਣਾ। ਸਮਦਸੀ ਏਕ ਦ੍ਰਿਸ਼ਟੇਤਾ, ਜਿਹੜਾ ਪਰਮਾਤਮਾ ਦਾ ਨਾਮ ਜਪਦਾ ਨਾ, ਗੁਰੂ ਦੇ ਬਚਨਾਂ ਨੂੰ ਸੁਣਦਾ, ਉਹ ਸਮਦਰਸੀ ਹੋ ਜਾਂਦਾ। ਉਹਦੀਆਂ ਨਜ਼ਰਾਂ 'ਚ ਸਾਰੇ ਬਰਾਬਰ ਨੇ। ਸਮ ਹੁੰਦਾ ਬਰਾਬਰ, ਉਹਦੀਆਂ ਨਜ਼ਰਾਂ 'ਚ ਸਾਰੇ ਬਰਾਬਰ ਹੁੰਦੇ ਨੇ। ਏਕ ਦ੍ਰਿਸ਼ਟੇਤਾ, ਉਹ ਸਿਰਫ ਤੇ ਸਿਰਫ ਪਰਮਾਤਮਾ ਨੂੰ ਹੀ ਸਾਰਿਆਂ ਦੇ ਵਿੱਚ ਵੇਖਦਾ ਹੈ। ਹੋਰ ਕੀ ਹੁੰਦਾ? ਸੁੰਦਰ ਚਤੁਰ ਤਤ ਕਾ ਬਿਤ, ਉਹ ਸੁੰਦਰ ਹੋ ਜਾਂਦਾ ਹੈ। ਚਤੁਰ, ਉਹ ਸਿਆਣਾ ਹੋ ਜਾਂਦਾ ਹੈ। ਤਤ ਹੁੰਦਾ ਰੱਬ, ਬਿਤ ਹੁੰਦਾ ਜਾਣੂ, ਉਹ ਰੱਬ ਦਾ ਜਾਣੂ ਹੋ ਜਾਂਦਾ, ਭਾਵ ਉਹ ਬ੍ਰਹਮ ਗਿਆਨੀ ਹੋ ਜਾਂਦਾ ਹੈ। ਸਭ ਕੈ ਮਦ ਸਗਲ ਤੇ ਉਦਾਸ, ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਸਾਰਿਆਂ ਤੋਂ ਉਦਾਸ ਦਾ ਭਾਵ ਨਿਰਲੇਪ। ਉਹ ਇਨਸਾਨ ਜਿਹੜਾ ਪਰਮਾਤਮਾ ਦਾ ਨਾਮ ਸੁਣਦਾ ਅਤੇ ਗੁਰੂ ਦੇ ਬਚਨਾਂ ਨੂੰ ਸੁਣਦਾ ਨਾ, ਸਭ ਕੈ ਮਦ, ਉਹ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਸਗਲ ਤੇ ਉਦਾਸ, ਸਭ ਤੋਂ ਨਿਰਲੇਪ ਰਹਿੰਦਾ ਹੋਇਆ। ਹੋਰ ਕੀ ਮਿਲਦਾ ਉਸ ਨੂੰ? ਚਾਰ ਪਦਾਰਥ ਕਮਲ ਪ੍ਰਗਾਸ, ਜਿਹੜਾ ਨਾਮ ਜਪਦਾ ਉਹਨੂੰ ਚਾਰੇ ਪਦਾਰਥ, ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਗਿਣੇ ਗਏ ਨੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੇ। ਇਹ ਚਾਰ ਪਦਾਰਥ ਨੇ। ਧਰਮ ਭਾਵ ਸ਼ੁਭ ਗੁਣ, ਅਰਥ ਮਾਇਆ, ਧਰਮ ਅਰਥ ਕਾਮ ਇੱਛਾ ਦੀ ਪੂਰਤੀ, ਮੋਖ ਮੁਕਤੀ। ਜਿਹੜਾ ਨਾਮ ਜਪਦਾ ਉਹਦੇ ਅੰਦਰ ਸ਼ੁਭ ਗੁਣ ਪੈਦਾ ਹੋ ਜਾਂਦੇ ਨੇ, ਉਹਨੂੰ ਮਾਇਆ ਮਿਲਦੀ ਹੈ, ਉਹਦੀ ਇੱਛਾ ਪੂਰੀ ਹੁੰਦੀ ਹੈ ਅਤੇ ਅਖੀਰ ਨੂੰ ਮੁਕਤ ਹੋ ਜਾਂਦਾ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਚਾਰੇ ਪਦਾਰਥ ਮਿਲ ਜਾਂਦੇ।
ਕਮਲ ਪ੍ਰਗਾਸ ਮਨ ਨੂੰ ਕਮਲ ਕਿਹਾ। ਜਿਵੇਂ ਕਮਲ ਫੁੱਲ ਖਿੜਦਾ ਨਾ, ਇਸ ਤਰ੍ਹਾਂ ਮਨ ਕਮਲ ਫੁੱਲ ਦੀ ਤਰ੍ਹਾਂ ਖਿੜ ਉੱਠਦਾ ਹੈ, ਖੁਸ਼ ਰਹਿੰਦਾ, ਉਹ ਆਨੰਦ 'ਚ ਰਹਿੰਦਾ ਹੈ। ਹੋਰ ਕੀ ਮਿਲਦਾ ਉਸ ਨੂੰ? ਗਿਆਨ। ਇਹ ਤੋਂ ਪਹਿਲਾਂ ਵੀ ਹੋਣਾ ਕੁਛ। ਗਿਆਨ ਸ੍ਰੇਸ਼ਟ ਊਤਮ ਇਸ਼ਨਾਨ। ਉਹਨੂੰ ਉੱਚੇ ਤੋਂ ਉੱਚੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਉੱਤਮ ਇਸ਼ਨਾਨ ਸਮਝੋ, ਉਹਨੇ ਸਭ ਤੋਂ ਵੱਡੇ ਤੀਰਥ ਦਾ ਇਸ਼ਨਾਨ ਕਰ ਲਿਆ। ਸਾਰੇ ਤੀਰਥਾਂ ਦੇ ਇਸ਼ਨਾਨ ਦਾ ਜਿਹੜਾ ਫਲ ਹੈ ਉਸ ਨੂੰ ਮਿਲ ਜਾਂਦਾ ਹੈ। ਉਹਦੇ ਅੰਦਰ ਉਹਨੂੰ ਸ੍ਰੇਸ਼ਟ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਪਿੱਛੇ ਜਾਈ ਚੱਲੋ। ਵਿਦਿਆ ਤਪ ਯੋਗ ਪ੍ਰਭ ਧਿਆਨ, ਉਹਨੂੰ ਵਿਦਿਆ ਪ੍ਰਾਪਤ ਹੋ ਜਾਂਦੀ ਹੈ, ਰੱਬੀ ਵਿਦਿਆ। ਤਪ, ਉਹਨੂੰ ਸਾਰੇ ਤਪਾਂ ਦਾ ਫਲ ਮਿਲ ਜਾਂਦਾ ਹੈ। ਯੋਗ, ਪਰਮਾਤਮਾ ਨਾਲ ਉਹਨੂੰ ਜੁੜਨਾ ਆ ਜਾਂਦਾ ਹੈ। ਪ੍ਰਭ ਧਿਆਨ, ਅਤੇ ਪਰਮਾਤਮਾ ਨਾਲ ਉਹਦਾ ਧਿਆਨ ਲੱਗ ਜਾਂਦਾ ਹੈ। ਕਿਹਦਾ? ਜਿਹੜਾ ਨਾਮ ਜਪਦਾ ਅਤੇ ਗੁਰੂ ਦੇ ਬਚਨਾਂ ਨੂੰ ਸੁਣਦਾ। ਹੋਰ ਕੀ ਉਹਨੂੰ ਮਿਲਦਾ? ਬੁੱਧ ਗਿਆਨ ਸਰਬ ਤਹਿ ਸਿੱਧ, ਉਹਨੂੰ ਗਿਆਨਵਾਨ ਮਤ ਪ੍ਰਾਪਤ ਹੋ ਜਾਂਦੀ ਹੈ। ਉਹਦੀ ਮਤ ਗਿਆਨਵਾਨ ਹੋ ਜਾਂਦੀ ਹੈ। ਸਰਬ ਤਹਿ ਸਿੱਧ, ਅਤੇ ਉਸਨੂੰ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। 18 ਸਿੱਧੀਆਂ ਧਰਮ ਗ੍ਰੰਥਾਂ ਮਿਲੀਆਂ, ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਇੱਕ ਸਿੱਧੀ ਵੀ ਪ੍ਰਾਪਤ ਹੋ ਜਾਏ ਨਾ, ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ, ਸਾਰੀ ਉਮਰ ਦੀ ਰੋਟੀਆਂ ਤੁਹਾਡੇ ਕੋਲ ਆ ਜਾਣਗੀਆਂ। ਇੱਕ ਵੀ ਸਿੱਧੀ ਮਿਲ ਜਾਏ। ਕਿਉਂ? ਲੋਕਾਂ ਦੇ ਕੰਮ ਹੁੰਦੇ ਆ। ਅਸੀਂ ਗੁਰੂ ਕੋਲ ਕਾਸ ਲਈ ਜਾਂਦੇ ਹਾਂ ਕੰਮ ਲਈ। ਹੁਣ ਸਿੱਖ ਜਾਂਦਾ, ਸੱਚੇ ਪਾਤਸ਼ਾਹ ਮੈਨੂੰ ਪੁੱਤਰ ਦੇ ਦੇ, ਬੇਨਤੀ ਕਰੇ, ਪਰ ਉਹਨੂੰ ਇਹ ਨਹੀਂ ਪਤਾ ਕਿ ਗੁਰੂ ਮਹਾਰਾਜ ਕੀ ਕਹਿੰਦੇ ਨੇ। ਸਾਧੂਆਂ ਕੋਲੇ ਲੋਕ ਕਿਉਂ ਜਾਂਦੇ ਨੇ? ਦੇਹਧਾਰੀ ਗੁਰੂ ਨੂੰ ਕਿਉਂ ਲੋਕ ਧਾਰਨ ਕਰਦੇ ਨੇ? ਉਹਦੇ ਨਾਲ ਸਿੱਧੀਆਂ ਗੱਲਾਂ ਬਾਤਾਂ ਕਰਦੇ ਨੇ, ਸਿੱਧੀ ਗੱਲਾਂ ਬਾਤਾਂ ਕਰਦੇ ਨੇ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਗੁਰੂ ਕੀ ਕਹਿ ਰਿਹਾ ਹੈ। ਬਾਣੀ ਤਾਂ ਬੋਲ ਨਹੀਂ ਰਹੀ। ਹਰ ਇੱਕ ਨੂੰ ਪਤਾ ਨਹੀਂ ਵੀ ਇਹਦਾ ਕੀ ਜਵਾਬ ਮਿਲੇਗਾ ਅੱਗੋਂ। ਇਸ ਲਈ ਸਾਧੂ ਕੋਲ ਜਾਂਦਾ ਵੀ ਅਸੀਂ ਉਹਦੇ ਨਾਲ ਗੱਲਬਾਤ ਕਰ ਸਕਦੇ, ਉਹ ਸਾਨੂੰ ਦੱਸੂਗਾ। ਸਾਧੂ ਦੀ ਮਹਾਨਤਾ ਹਮੇਸ਼ਾ ਹੀ ਰਹਿਣੀ ਹੈ, ਕਿਉਂਕਿ ਸਾਧੂ ਕੋਲੇ ਜਾਣਾ ਆਸਾਨ ਹੈ, ਸਾਧੂ ਨਾਲ ਗੱਲਬਾਤ ਕਰਨਾ ਆਸਾਨ ਹੈ, ਸਾਧੂ ਤੋਂ ਆਪਣੇ ਪ੍ਰਸ਼ਨ ਦਾ ਉੱਤਰ ਮਿਲਣਾ ਆਸਾਨ ਹੈ। ਗੁਰੂ ਮਹਾਰਾਜ ਕਿਉਂਕਿ ਬਾਣੀ ਬੋਲ ਨਹੀਂ ਰਹੀ, ਇਸ ਲਈ ਸਿੱਖ ਨੂੰ ਪਤਾ ਲੱਗਦਾ ਹੈ ਵੀ ਗੁਰੂ ਅੱਗੋਂ ਕੀ ਕਹਿੰਦੇ ਨੇ। ਮੇਰੇ ਕੋਲੇ ਆਉਂਦੇ ਨੇ, ਮੈਂ ਗੁਰੂ ਮਹਾਰਾਜ ਆਹ ਕਹਿੰਦੇ ਤੁਹਾਨੂੰ, ਤਾਂ ਆਉਂਦੇ ਨੇ ਉਹ। ਮੈਂ ਉਹਨਾਂ ਨੂੰ ਕਹਿਣਾ ਵੀ ਗੁਰੂ ਮਹਾਰਾਜ ਆਹ ਕਹਿੰਦੇ, ਤੇਰੇ ਪੁੱਤਰ ਹੋਏਗਾ ਕਿ ਨਹੀਂ ਹੋਏਗਾ। ਕਈ ਆਏ ਦਿਨ ਉਹਦੇ ਇੱਕੋ ਹੀ ਬੱਚਾ ਹੁੰਦਾ ਵੀ ਜੀ ਦੂਜਾ ਬੱਚਾ ਹੋ ਜਾਏ, ਮੈਂ ਗੁਰੂ ਮਹਾਰਾਜ ਕੋਈ ਤਾਂ ਉਹ ਕਹਿੰਦੇ ਇੱਕੋ ਹੀ ਹੋਣਾ ਸੀ, ਬਸ ਜਿਹੜਾ ਹੋ ਗਿਆ ਹੋ ਗਿਆ। ਇੱਕ ਬੀਬੀ ਆ ਗਈ, ਬੱਚਾ ਹੋ ਜਾਏ ਜੀ, ਗੁਰੂ ਮਹਾਰਾਜ ਕਹਿੰਦੇ ਤੇ ਭਾਗਾਂ 'ਚ ਹੀ ਹੈ ਨਹੀਂ। ਮੈਂ ਜੀ ਗੁਰੂ ਮਹਾਰਾਜ ਤੁਹਾਡੇ ਭਾਗਾਂ 'ਚ ਹੈ ਨਹੀਂ ਜੀ, ਕੋਈ ਪਾੜ ਦੇ ਦਿਓ ਜੀ। ਮੈਂ ਜੋ ਗੁਰੂ ਮਹਾਰਾਜ ਤੁਹਾਡੇ ਭਾਗਾਂ 'ਚ ਹੀ ਨਹੀਂ ਹੈਗਾ। ਕੋਈ ਅੜਚਨ ਹੁੰਦੀ ਤਾਂ ਮੈਂ ਪਾੜ ਦੇ ਦਿੰਦਾ। ਅਸੀਂ IVF ਨਾਲ ਕਰਾ ਲਈ ਹੈ ਜੀ। ਮੈਂ ਫਿਰ ਪੁੱਛਿਆ ਗੁਰੂ, ਕਹਿੰਦੇ ਨਹੀਂ ਹੋਏਗਾ। ਮੈਂ ਉਸ ਤਰੀਕੇ ਨਾਲ ਵੀ ਨਹੀਂ ਹੋਏਗਾ ਜਿਹਨੂੰ ਟੈਸਟ ਟਿਊਬ ਬੇਬੀ ਕਹਿੰਦੇ ਅਸੀਂ 7 ਵਾਰ ਕਰ ਲਿਆ, ਸਾਡਾ 15 ਲੱਖ ਰੁਪਏ ਲੱਗ ਗਏ, ਨਹੀਂ ਕਾਮਯਾਬੀ ਮਿਲੀ। ਮੈਂ ਗੁਰੂ ਮਹਾਰਾਜ ਤੁਹਾਨੂੰ ਜਵਾਬ ਦੇ ਦਿੱਤਾ ਵੀ ਨਹੀਂ ਹੋਏਗਾ ਬੱਚੇ। ਸਾਧੂ ਦੀ ਇਸ ਲਈ ਲੋੜ ਹੈ, ਸਾਧੂ ਦੀ ਇਸ ਲਈ ਲੋੜ ਹੈ ਵੀ ਸਾਧੂ ਦੱਸ ਰਿਹਾ ਹੈ, ਸਾਧੂ ਬੋਲ ਰਿਹਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਗੁਰੂ ਮਹਾਰਾਜ ਕੋ ਕੀ ਕਹਿੰਦੇ ਨੇ, ਇਹ ਜਾਂਚ ਨਹੀਂ ਉਹਨਾਂ ਨੂੰ। ਮੈਂ ਆਪਣੇ ਕੋਲ ਤੁਹਾਨੂੰ ਕੁਛ ਨਹੀਂ ਦੱਸਦਾ, ਮੈਂ ਗੁਰੂ ਨੂੰ ਪੁੱਛਦਾ, ਮੈਨੂੰ ਪਤਾ ਹੈ ਗੁਰੂ ਕਿਵੇਂ ਬੋਲੇਗਾ ਜੀ। ਉਹਨਾਂ ਨੂੰ ਨਹੀਂ ਪਤਾ, ਉਹਨੂੰ ਪਤਾ ਨਹੀਂ, ਬਸ ਆਹੀ ਇੰਨਾ ਹੀ ਫਰਕ ਹੈ। ਜਿੱਦੇ ਉਹਨਾਂ ਨੂੰ ਪਤਾ ਲੱਗਾ, ਉਹਨਾਂ ਮੇਰੇ ਕੋਲ ਆ ਕੇ ਕੀ ਲੈਣਾ ਵੀ ਗੁਰੂ ਬੜੇ ਦੱਸ ਹੀ ਦਿੱਤਾ ਸਾਨੂੰ ਆਹ ਹੈ। ਉਹ ਸਿਰਫ ਆਉਂਦਾ ਹੀ ਇਸ ਲਈ ਨੇ। ਤਾਂ ਸਾਧੂ ਦੀ ਮਹਾਨਤਾ ਰਹਿਣੀ ਹੀ ਰਹਿਣੀ ਹੈ। ਗੁਰੂ ਦੇ ਨਾਲ ਸਾਧੂ, ਕਿਉਂ ਸਾਧੂ ਦਾ ਕੰਮ ਹੈ ਗੁਰੂ ਨਾਲ ਜੋੜਨਾ, ਅਤੇ ਗੁਰੂ ਦਾ ਕੰਮ ਹੈ ਰੱਬ ਨਾਲ ਜੋੜਨਾ। ਸਾਧੂ ਕਹਿੰਦੇ ਨਹੀਂ ਰਹਿੰਦੇ ਭਾਈ ਗੁਰੂ ਵਾਲੇ ਬਣੋ। ਜਿੱਥੇ ਵੀ ਦੀਵਾਨ ਲੱਗਦੇ ਨੇ, ਮਹਾਂਪੁਰਖ ਅਖੀਰਲੇ ਦੀਵਾਨ 'ਚ ਹੀ ਕਹਿੰਦੇ ਭਾਈ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ।
ਸਾਧੂ ਦਾ ਕੰਮ ਹੈ ਗੁਰੂ ਨਾਲ ਜੋੜਨਾ, ਅਤੇ ਗੁਰੂ ਦਾ ਕੰਮ ਹੈ ਰੱਬ ਨਾਲ ਮਿਲਾਉਣਾ। ਗੁਰੂ ਦਾ ਕੰਮ ਹੈ ਰੱਬ ਨਾਲ ਮਿਲਾਉਣਾ। ਇਹ ਦੋਨਾਂ ਦੀ ਲੋੜ ਹੈ, ਦੋਨਾਂ ਦੀ ਲੋੜ ਹੈ। ਸਾਧੂ ਸਾਨੂੰ ਗੁਰੂ ਨਾਲ ਜੋੜੇਗਾ, ਗੁਰੂ ਫਿਰ ਸਾਨੂੰ ਰੱਬ ਮਿਲਾਏਗਾ। ਇਹ ਦੋਨਾਂ ਦੀ ਲੋੜ ਰਹਿਣੀ। ਸਾਧੂ ਦੀ ਲੋੜ ਇਸ ਲਈ ਜ਼ਿਆਦਾ ਹੈ, ਨੁਕਤਾਚੀਨੀ ਕਰਨ ਵਾਲੇ ਕਹਿੰਦੇ ਲੋਕ ਸਾਧਾਂ ਦੇ ਮਗਰ ਫਿਰਦੇ ਰਹਿੰਦੇ ਨੇ ਜੀ। ਉਹਨੂੰ ਵਿਚਾਰੇ ਇਹ ਨਹੀਂ ਪਤਾ ਹੈਗਾ ਕਿ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਸਿੱਧਾ ਲਾਭ ਉਠਾਉਣਾ ਨਹੀਂ ਆਉਂਦਾ। ਜਿਵੇਂ ਤੁਸੀਂ ਮੂਰਤੀ ਚਲੇ ਗਏ, ਬਿਮਾਰ ਮੈਨੂੰ ਪੁੱਤਰ ਦੇ ਦਿਓ, ਮੂਰਤੀ ਨੇ ਤਾਂ ਅੱਗੋਂ ਬੋਲਣਾ ਨਹੀਂ ਹੈ। ਤੁਹਾਨੂੰ ਕੀ ਪਤਾ ਲੱਗਾ ਮੇਰੀ ਅਰਦਾਸ ਪ੍ਰਵਾਨ ਹੋਈ ਹੈ ਕਿ ਨਹੀਂ ਹੋਈ? ਨਹੀਂ ਨਾ ਪਤਾ ਲੱਗਾ, ਕਿਉਂਕਿ ਉਹਨੇ ਬੋਲਣਾ ਨਹੀਂ ਹੈਗਾ। ਗੁਰੂ ਬੋਲਦਾ ਹੈ। ਦੇਹਧਾਰੀ ਗੁਰੂਆਂ ਦੀ ਇਸ ਲਈ ਮਹਾਨਤਾ ਹੈ। ਜਾਣੇ ਜਾਣੇ ਲੋਕਾਂ ਨੇ ਉਹਨਾਂ ਕੋਲ, ਸਾਧੂ ਕੋਲ ਚਲੇ ਜਾਣ ਚਾਹੇ ਦੇਹਧਾਰੀ ਗੁਰੂ ਕੋਲ ਚਲੇ ਜਾਣ, ਕਿਉਂਕਿ ਉਹਦੇ ਨਾਲ ਗੱਲਬਾਤ ਕਰਨੀ ਉਹਨਾਂ ਨੂੰ ਆਸਾਨ ਹੈ, ਸਮਝ ਆਉਂਦੀ ਗੱਲ ਆਹ ਹੈ। ਗੁਰੂ ਗ੍ਰੰਥ ਸਾਹਿਬ ਨਾਲ ਹਰ ਇੱਕ ਨੂੰ ਗੱਲਬਾਤ ਨਹੀਂ ਕਰਨੀ ਆਉਂਦੀ ਹੈਗੀ, ਤਾਂ ਕਰਕੇ ਸਾਧੂਆਂ ਦੀ ਲੋੜ ਰਹਿੰਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਨੇ ਉਹਦੇ ਅੰਦਰ ਕੀ ਕੁਛ ਪੈਦਾ ਹੋਵੇਗਾ ਜਿਹੜਾ ਨਾਮ ਜਪਦਾ ਹੈ। ਬੁੱਧ ਗਿਆਨ, ਗਿਆਨ ਵਾਲੀ ਮੱਤ ਪੈਦਾ ਹੋ ਜਾਏਗੀ। ਸਰਬ ਤਹਿ ਸਿੱਧ, ਤਹਿ ਮੈਨੇ ਉਸ ਨੂੰ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ। ਹੋਰ ਕੀ ਮਿਲੇਗਾ? ਖੇਮ, ਸ਼ਾਂਤ, ਰਿੱਧ, ਨਵ ਨਿੱਧ। ਖੇਮ ਹੁੰਦੀ ਖੁਸ਼ੀ, ਖੁਸ਼ੀ ਮਿਲੇਗੀ। ਸ਼ਾਂਤ, ਸ਼ਾਂਤੀ ਮਿਲੇਗੀ। ਰਿੱਧ, ਨਵ ਨਿੱਧ, 9 ਰਿੱਧੀਆਂ ਸਿੱਧੀਆਂ ਮਿਲਣਗੀਆਂ, 9 ਨਿਧੀਆਂ ਮਿਲਣਗੀਆਂ। ਜਿਹੜੀ ਨਿੱਧ ਰਿੱਧ ਹੈ ਇਹਦਾ ਸੰਬੰਧ ਮਾਇਆ ਨਾਲ ਹੈ। ਕਹਿੰਦੇ ਸੰਸਾਰ 'ਚ 9 ਖਜ਼ਾਨੇ ਨੇ, ਉਹ ਨਵ ਨਿੱਧ ਤਾਂ ਗਿਆ। ਸੰਸਾਰ ਦੇ 9 ਖਜ਼ਾਨੇ ਨਾਮ ਜਪਣ ਵਾਲੇ ਨੂੰ ਪ੍ਰਾਪਤ ਹੋ ਜਾਂਦੇ ਨੇ। ਇਸ ਲਈ ਨਾਮ ਜਪਣ ਵਾਲਾ ਗਰੀਬ ਰਹਿੰਦਾ ਹੀ ਨਹੀਂ। ਅਤੇ ਜੇ ਨਾਲ ਸਿੱਧੀ ਪ੍ਰਾਪਤ ਹੋ ਗਈ ਤੁਹਾਡੀ ਬੱਲੇ 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 ਬੱਲੇ। ਬਸ ਬਾਬਾ ਜੀ ਪੁੱਤਰ ਹੋ ਜੇ, ਤੁਹਾਨੂੰ ਵਾਕ ਸਿੱਧੀ ਪ੍ਰਾਪਤ ਹੈ, ਹੋ ਜਾਏਗਾ ਭਾਈ ਅਗਲੇ ਸਾਲ। ਹੋ ਗਿਆ ਬਸ ਬਾਬੇ ਦੀ ਬੱਲੇ 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 ਬੱਲੇ। ਉਹਨੇ 100 ਨੂੰ ਜਾ ਕੇ ਦੱਸਣਾ, ਉਹ ਉੱਥੇ ਜਾਓ, ਉਹਨਾਂ ਬਾਬਾ ਹੋ ਜੂਗਾ, ਤੁਹਾਡੇ ਵੀ ਹੋ ਜਾਏ, ਤੁਸੀਂ ਜਾਓ। ਬਸ ਕੋਈ ਗੁਣ ਹੋਣਾ ਚਾਹੀਦਾ ਬੰਦੇ 'ਚ। ਗੁਣਵਾਨ ਬੰਦਾ ਕਦੇ ਭੁੱਖਾ ਨਹੀਂ ਮਰਿਆ ਕਰਦਾ। ਇਹ ਖਿਆਲ ਰੱਖਣਾ। ਆਪਣੇ ਅੰਦਰ ਕੋਈ ਗੁਣ ਪੈਦਾ ਕਰ ਲਓ, ਕੋਈ ਵੀ ਆਪਣੇ ਅੰਦਰ ਗੁਣ ਪੈਦਾ ਕਰ ਲਓ, ਤੁਸੀਂ ਭੁੱਖੇ ਨਹੀਂ ਮਰੋਗੇ। ਸੋ ਤਾਂ ਕਰਨਾ ਪਿਆਰ, ਨਹੀਂ ਤਾਂ ਇੱਥੇ ਤੁਹਾਨੂੰ ਸਿੱਧੀ ਸਮਝ ਨਹੀਂ ਸੀ ਆਉਣੀ ਕਿ ਕੀ ਕੁਛ ਨਾਮ ਜਪਣ ਵਾਲੇ ਨੂੰ ਮਿਲਦਾ ਹੈ। 6 ਨੰਬਰ ਤੋਂ ਬਾਅਦ ਇਹ ਨਿਦਾਨ ਜਪੈ ਮਨ ਕੋਇ। ਨਿਦਾਨ ਭਾਵ ਨਾਮ ਦਾ ਖਜ਼ਾਨਾ, ਭਾਵ ਨਾਮ। ਇਹ ਨਿਦਾਨ ਜਪੈ ਮਨ ਕੋਇ। ਪਰਮਾਤਮਾ ਦੇ ਨਾਮ ਨੂੰ ਨਾ ਖਜ਼ਾਨਾ ਕਿਹਾ ਗਿਆ ਹੈ, ਕਿਉਂਕਿ ਪਰਮਾਤਮਾ ਦੇ ਨਾਮ 'ਚ ਸਭ ਕੁਛ ਹੈ। ਇਹ ਤਾਂ ਸਮਝ ਹੀ ਨਹੀਂ ਲੋਕਾਂ ਨੂੰ ਆ ਰਹੀ। ਧੱਕੇ ਤੋੜੇ ਜੇ ਖਾਈਦੇ, ਕਰੀਏ ਤਾਂ ਕਰੀਏ ਕੀ? ਆ ਸਾਰੇ ਕਥੇ ਹੀ ਨਹੀਂ ਸੁਣ ਰਹੇ ਉਹਨੇ ਸਤਸੰਗੀ। ਇੰਨੇ ਸਾਡੇ ਸਤਸੰਗੀ ਨੇ, ਉਹ ਇਹ ਕਥੇ ਹੀ ਨਹੀਂ ਸੁਣ ਰਹੇ। ਹੁਣ ਨਾ ਸੁਣਨੇ ਨਾ ਕੋਣ ਅਕਲ ਸਮਝਾਉਣੀ ਕਿ ਕੀ ਕਰਨਾ ਕੀ ਨਹੀਂ ਕਰਨਾ। ਗੱਲਾਂ ਬਾਤਾਂ ਮਾਰ ਰਹੇ ਹੋਣਗੇ। ਚਲੋ ਘਰ ਬੈਠੇ ਜਿਹੜੇ ਮਰਜ਼ੀ ਜ਼ੋਰ ਲਾ ਲੈ, ਕਦੇ ਕੋਈ ਬੁਲਾ ਲੈਂਦਾ, ਕਦੇ ਕੋਈ ਗੱਲ ਕਰਦਾ, ਕਦੇ ਕੋਈ ਆਵਾਜ਼ ਮਾਰਦਾ, ਕਦੇ ਕੁਛ ਕਰਦਾ। ਕਦੇ ਤੁਸੀਂ ਟਿਕ ਕੇ 1 ਘੰਟਾ ਨਹੀਂ ਸੁਣ ਸਕਦੇ। ਭਾਗਾਂ ਵਾਲੇ ਜਿਹੜੇ ਇੱਥੇ ਆਉਂਦੇ ਨੇ, ਉਹ ਭਾਗਾਂ ਵਾਲੇ ਜਿਹੜੇ ਇੱਥੇ ਆ ਕੇ ਸੁਣਦੇ ਨੇ, ਘੱਟ ਤੋਂ ਘੱਟ ਧਿਆਨ 'ਚ ਇੱਕੋ ਪਾਸੇ ਹੈ ਨਾ। ਸਾਨੂੰ ਕੋਈ ਆਵਾਜ਼ ਤਾਂ ਨਹੀਂ ਮਾਰ ਰਿਹਾ, ਸਾਨੂੰ ਕੋਈ ਕੰਮ ਤਾਂ ਨਹੀਂ ਕਹਿ ਰਿਹਾ, ਕੋਈ ਡਿਸਟਰਬ ਤਾਂ ਨਹੀਂ ਕਰ ਰਿਹਾ ਹੈ। ਇੱਥੇ ਤਾਂ ਕਿਸੇ ਨੇ ਕੀ ਹੋਣਾ, ਘਰ ਬੈਠੇ ਨਹੀਂ ਸੁਣਦੇ। ਸੈਂਕੜੇ ਸੰਗਤ ਹੈ, 70-72 ਸਿੱਧਾ ਸੁਣ ਰਹੇ ਹੁੰਦੇ ਨੇ। ਠੀਕ ਹੈ, YouTube 'ਤੇ ਫਿਰ ਬਾਹਰਲੇ ਲੋਕ ਵੀ ਸੁਣ ਰਹੇ ਹੁੰਦੇ ਨੇ। YouTube 'ਤੇ ਸੈਂਕੜੇ ਸੁਣ ਰਹੇ ਹੁੰਦੇ ਨੇ ਕਥਾ, ਪਰ ਸਿੱਧੇ ਬਹੁਤ ਘੱਟ ਸੁਣ ਰਹੇ ਹੁੰਦੇ ਨੇ। ਸੁਣੋ, ਤੁਸੀਂ ਆਪ ਹਾਜ਼ਰ ਹੋਵੋ। ਹੁਣ ਸਰਦੀਆਂ ਨਿਕਲ ਗਈਆਂ ਨੇ, ਗੁਰਦੁਆਰਾ ਸਾਹਿਬ ਆਇਆ ਕਰੋ, ਗੁਰੂ ਦੀ ਹਜ਼ੂਰੀ 'ਚ ਬੈਠੋ। ਬਾਕੀ ਸੰਗਤ ਦੇ ਵਿੱਚ ਨਾਮ ਹੁੰਦਾ, ਨਾਮ ਦੀਆਂ ਵੇਵਸ ਤੁਹਾਨੂੰ ਟਕਰਾਉਣਗੀਆਂ, ਤੁਹਾਡੀ ਆਤਮਿਕ ਅਵਸਥਾ ਉੱਚੀ ਹੋਵੇਗੀ। ਸਤ ਸੰਗਤ ਤੋਂ ਬਿਨਾਂ ਆਤਮਿਕ ਅਵਸਥਾ ਛੇਤੀ ਛੇਤੀ ਉੱਚੀ ਨਹੀਂ ਹੁੰਦੀ। ਨਾਮ ਜਪਣੇ ਵਾਲੇ ਕੋਲ ਤੁਸੀਂ ਬਹਿ ਜਾਓ, ਤੁਹਾਡੇ ਅੰਦਰ ਆਪਣੀ ਨਾਮ ਚੱਲ ਪਏਗਾ, ਆਪੇ ਚੱਲ ਪਏਗਾ। ਜਿਹੜਾ ਇਕਬਾਲ ਸਿੰਘ ਰਾਘੋ ਮਾਜਰੇ ਵਾਲੇ, ਜਦੋਂ ਮੇਰੇ ਕੋਲ ਲੰਘਦੇ ਨਾ, ਮੈਂ ਕਿਹਾ ਯਾਰ ਕਿਆ ਬੰਦੇ ਦੀ ਕਮਾਈ ਹੈ।
ਆਹ ਬੈਠੇ ਸੰਤ ਜੀ ਜਿਨ੍ਹਾਂ ਨੂੰ ਕਹਿੰਦੇ ਨੇ, ਇਹ ਜਦੋਂ ਮੇਰੇ ਕੋਲ ਲੰਘਦੇ ਮੈਂ ਕਿਹਾ ਯਾਰ ਕਿਆ ਬੰਦੇ ਦੀ ਕਮਾਈ ਹੈ, ਬੜੀ ਬੜੀ ਕਮਾਈ ਵਾਲੇ ਬੰਦੇ ਬੈਠੇ ਹੁੰਦੇ ਨੇ। ਉਹਨਾਂ 'ਚ ਫਿਰ ਵੇਵਜ਼ ਨਿਕਲਦੀਆਂ ਨੇ ਨਾਮ ਦੀਆਂ, ਉਹ ਦੂਜੇ ਟਕਰਾਉਂਦੀਆਂ ਨੇ, ਉਹਦੇ ਅੰਦਰ ਨਾਮ ਚਾਲੂ ਹੋ ਜਾਂਦਾ। ਸਾਧੂ ਕੋਲ ਐਵੇਂ ਤਾਂ ਨਹੀਂ ਲੋਕ ਬੈਠਦੇ। ਸਾਧੂ ਚੁੱਪ ਕਰਕੇ ਬੈਠਾ, ਤੁਸੀਂ ਉਹਦੇ ਸਾਹਮਣੇ ਚੁੱਪ ਕਰਕੇ ਬਹਿ ਜਾਓ, ਤੁਹਾਨੂੰ ਆਪੇ ਹੀ ਰੱਬ ਯਾਦ ਆਉਣਾ ਸ਼ੁਰੂ ਹੋ ਜਾਏਗਾ। ਕੋਈ ਚੁੱਪ ਕਰਕੇ ਉਹ ਸੰਸਾਰ ਬਾਰੇ ਤਾਂ ਸੋਚ ਹੀ ਨਹੀਂ ਰਿਹਾ, ਉਹ ਤਾਂ ਚੁੱਪ ਕਰਕੇ ਬੈਠਾ ਸਿਮਰਨ ਕਰ ਰਿਹਾ ਹੈ। ਉਹ ਸਿਮਰਨ ਦੀਆਂ ਲਹਿਰਾਂ ਤੁਹਾਨੂੰ ਟਕਰਾਉਣਗੀਆਂ, ਤੁਹਾਡੇ ਅੰਦਰ ਆਪਣੇ ਆਪ ਹੀ ਸਿਮਰਨ ਚਾਲੂ ਹੋ ਜਾਏਗਾ। ਕਮਾਈਆਂ ਹੁੰਦੀਆਂ ਨੇ, ਪੌੜੀਆਂ ਕੋਈ ਚੜ੍ਹਦਾ ਹੈ ਕਮਾਈ ਵਾਲਾ, ਪਤਾ ਲੱਗਦਾ ਵੀ ਹਾਂ ਇਹ ਆ ਰਿਹਾ ਵੀ ਹਾਂ, ਫਿਰ ਮੈਂ ਦੇਖਦਾ ਕਿਹੜਾ ਆ ਰਿਹਾ ਹੈ। ਕਈਆਂ ਦੀ ਇੰਨੀ ਕਮਾਈ ਟਿਊਬਵੈੱਲ ਕੋਲੇ ਹੁੰਦੇ ਨੇ, ਇੱਥੇ ਵੇਵਜ਼ ਪਹੁੰਚ ਜਾਂਦੇ ਨੇ ਵੀ ਬੱਲੇ ਬੱਲੇ ਇੰਨੀ ਕਮਾਈ ਵਾਲਾ ਬੰਦਾ ਕੋਈ ਇੱਧਰ ਨੂੰ ਆ ਰਿਹਾ ਹੈ। ਹਾਂਜੀ, ਉਹਦੀਆਂ ਵੇਵਜ਼ ਇੰਨੀਆਂ ਸਟਰੋਂਗ ਹੁੰਦੀਆਂ ਕਿ ਇੰਨੀ ਦੂਰ ਤੱਕ ਮਾਰ ਕਰਦੀਆਂ ਨੇ। ਹਾਂਜੀ, ਸਿਰਫ ਹੈ ਕਿ ਜੇ ਅਗਲੇ ਦਾ ਜਿਹੜਾ ਹੈ ਰਿਸੀਵਰ ਆਉਣ ਚਾਹੀਦਾ ਹੈ। ਜੇ ਮੇਰਾ ਰਿਸੀਵਰ ਹੀ ਚੱਕ ਕੇ ਪਰਾਂ ਰੱਖਿਆ ਹੋਇਆ ਫਿਰ ਤਾਂ ਟਰੀ ਨਹੀਂ ਨਾ ਹੋਵੇਗੀ। ਤੁਹਾਡਾ ਮੋਬਾਈਲ ਹੀ ਬੰਦ ਕੀਤਾ ਹੋਇਆ ਫਿਰ ਤਾਂ ਮੇਰੀ ਮੈਸੇਜ ਨਹੀਂ ਨਾ ਜਾਏ, ਟਰੀ ਨਹੀਂ ਨਾ ਹੋਏਗੀ। ਅਗਰ ਤੁਹਾਡਾ ਰਿਸੀਵਰ ਆਨ ਹੈ ਨਾ, ਤੁਸੀਂ ਬਹੁਤ ਦੂਰੋਂ ਕੈਚ ਕਰੋਗੇ, ਉਹਦੇ ਵੇ ਪਤਾ ਲੱਗੂਗਾ ਹਾਂ ਕਿੰਨੀ ਕਮਾਈ ਵਾਲਾ ਬੰਦਾ ਜੇ ਕੋਈ ਬੀਬੀ ਉੱਪਰ ਨੂੰ ਆ ਰਹੀ ਹੈ। ਇਸ ਲਈ ਸਤ ਸੰਗਤ ਕਰੀਦੀ ਹੈ, ਗੁਰੂ ਦੀ ਹਜ਼ੂਰੀ 'ਚ ਬੈਠ ਕੇ ਕਥਾ ਵਾਰਤਾ ਸੁਣੀ, ਫਿਰ ਤੁਸੀਂ ਦੇਖੋਗੇ ਕਿਆ ਫਿਰ ਆਨੰਦ ਬਣਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਇਹ ਨਿਦਾਨ ਜਪੈ ਮਨ ਕੋਏ, ਸਭ ਯੁਗ ਮੈਂ ਤਾਕੀ ਗਤ ਹੋਏ। ਜਿਹੜਾ ਨਾਮ ਮਨ 'ਚ ਜਪਦਾ ਨਾ, ਹਰ ਯੁੱਗ 'ਚ, ਯੁੱਗ ਭਾਵੇਂ ਕੋਈ ਹੋਵੇ, ਉਹਦੀ ਗਤੀ ਹੋ ਹੀ ਜਾਣੀ ਹੈ, ਉਹਦੀ ਮੁਕਤੀ ਹੋ ਹੀ ਜਾਣੀ ਹੈ। ਜਿਹੜਾ ਨਾਮ ਸੁਣਦਾ ਰਹਿੰਦਾ, ਨਾਮ ਜਪਦਾ ਰਹਿੰਦਾ ਹੈ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ। ਸਿਮਰਤੀਆਂ ਸ਼ਾਸਤਰ ਵੇਦ ਕੀ ਕਹਿੰਦੇ ਨੇ? ਗੁਣ ਗੋਬਿੰਦ ਨਾਮ ਧੁਨ ਬਾਣੀ। ਉਹਦੇ ਅੰਦਰ ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਨੇ। ਜਿਹੜਾ ਪਰਮਾਤਮਾ ਨਾਮ ਜਪਦਾ ਰਹਿੰਦਾ ਨਾ, ਗੁਣ ਗੋਬਿੰਦ ਨਾਮ ਕਾਰਨ ਉਹਦੇ ਅੰਦਰ ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਨੇ। ਧੁਨ ਬਾਣੀ, ਨਾਮ ਦੀ ਧੁਨੀ ਵੱਜਦੀ ਰਹਿੰਦੀ ਉਹਦੇ ਅੰਦਰ। ਉਹਦੇ ਅੰਦਰ ਨਾਮ ਦੀ ਧੁਨੀ, ਬਾਣੀ ਦੀ ਧੁਨੀ ਚੱਲਦੀ ਰਹਿੰਦੀ ਹੈ। ਰੱਬੀ ਗੁਣ ਉਹਦੇ ਪੈਦਾ ਹੋ ਜਾਂਦੇ ਹਨ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ। ਸਗਲ ਮਤਾਂਤ, ਸਾਰੇ ਮਤਾਂ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਹੀ ਵਡਿਆਈ ਹੈ। ਸਿਰਫ ਪਰਮਾਤਮਾ ਦੇ ਨਾਮ ਦੀ ਵਡਿਆਈ ਸਾਰੇ ਮਤਾਂ 'ਚ ਹੈ। ਗੋਬਿੰਦ ਭਗਤ ਕੈ ਮਨ ਵਿਸਰਾਮ। ਅਤੇ ਪਰਮਾਤਮਾ ਦਾ ਨਾਮ ਕਿਹਦੇ ਮਨ 'ਚ ਟਿਕਦਾ? ਪਰਮਾਤਮਾ ਦੇ ਭਗਤ ਦੇ। ਗੋਬਿੰਦ ਭਗਤ, ਜਿਹੜਾ ਪਰਮਾਤਮਾ ਦਾ ਭਗਤ ਹੁੰਦਾ, ਉਹਦੇ ਮਨ 'ਚ ਇਹ ਨਾਮ ਵਿਸ਼ਰਾਮ ਕਰਦਾ, ਭਾਵ ਵਸ ਜਾਂਦਾ, ਟਿਕ ਜਾਂਦਾ ਹੈ। ਫਿਰ ਕੀ ਹੁੰਦਾ? ਕੋਟ ਅਪਰਾਧ ਸਾਧ ਸੰਗ ਮਿਟੇ। ਮਿਟੇ ਪੜ੍ਹਨਾ, ਮਿਟੇ ਇੱਕ ਵਚਨ ਹੁੰਦਾ, ਮਿਟੇ ਬਹੁ ਵਚਨ ਹੁੰਦਾ, ਕਿਉਂਕਿ ਕਰੋੜਾਂ ਅਪਰਾਧ ਨੇ। ਗੁਰੂ ਦੀ ਸੰਗਤ ਕਰਕੇ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਇੱਕ ਤੇ ਪਾਪ ਦਾ ਨਹੀਂ, ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੰਤ ਕਿਰਪਾ ਤੇ ਜਮ ਤੇ ਛੁਟੇ, ਅਤੇ ਗੁਰੂ ਦੀ ਕਿਰਪਾ ਨਾਲ ਮਨੁੱਖ ਦਾ ਜਮਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਕਿਉਂਕਿ ਉਹਦੇ ਕੋਲ ਨਾਮ ਹੁੰਦਾ, ਅਤੇ ਜਿਹਦੇ ਕੋਲ ਨਾਮ ਹੁੰਦਾ ਜਮ ਉਹਨੂੰ ਲੈਣ ਹੀ ਨਹੀਂ ਆਉਂਦੇ। ਜਿਹਦੇ ਕੋਲ ਨਾਮ ਹੁੰਦਾ, ਪਰਮਾਤਮਾ ਕਹਿੰਦਾ ਜਿਹੜਾ ਮੇਰਾ ਨਾਮ ਜਪਦਾ ਨਾ, ਹੇ ਜਮ ਰਾਜ, ਤੂੰ ਆਪਣੇ ਜਮ ਉਹਦੇ ਕੋਲ ਨਹੀਂ ਭੇਜਣੇ, ਉਹਦੇ ਕੋਲ ਆਉਂਦੇ ਨਹੀਂ, ਉਹਦਾ ਡਰ ਹੀ ਖਤਮ ਜਮਾਂ। ਹਾਂਜੀ, ਨਹੀਂ, ਉਹ ਤਾਂ ਇੱਕੋ ਹੈ ਨਾ, ਜਮਾਂ ਤੋਂ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਹੈ। ਕੋਟ ਅਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁਟੈ। ਕੋਟ ਅਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁਟੈ। ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਕੌਣ ਕਿ ਜਿਹੜਾ ਨਾਮ ਜਪਦਾ?
ਜਿਹੜਾ ਸਾਵਧਾਨ ਇਕਾਗਰ ਚੀਤ ਹੋ ਕੇ ਨਾਮ ਜਪਦਾ ਨਾ, ਕਹਿੰਦੇ ਉਹਦੇ ਕਰੋੜਾਂ ਅਪਰਾਧ ਗੁਰੂ ਦੀ ਸੰਗਤ ਕਰਕੇ ਮਿਟ ਜਾਂਦੇ ਹਨ। ਫਿਰ ਉਸ ਗੁਰੂ ਦੀ ਕਿਰਪਾ ਨਾਲ ਜਮਾਂ ਤੋਂ ਉਸ ਦਾ ਛੁਟਕਾਰਾ ਹੋ ਜਾਂਦਾ ਹੈ। ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ। ਤੇ ਮੈਨੇ ਉਹ ਜਾ ਕੇ ਜਿਹਦੇ ਮੱਥੇ 'ਤੇ ਨਾ ਕਰਮ ਪ੍ਰਭ ਪਾਏ, ਪਰਮਾਤਮਾ ਨੇ ਕਰਮ ਲਿਖਤੇ, ਜਿਹਦੇ ਮੱਥੇ 'ਤੇ ਰੱਬ ਦੀ ਪ੍ਰਾਪਤੀ ਦੇ ਕਰਮ ਲਿਖੇ ਗਏ ਨਾ, ਸਾਧ ਸ਼ਰਨ ਨਾਨਕ ਤੇ ਆਏ। ਗੁਰੂ ਦੀ ਸ਼ਰਨ 'ਚ ਉਹੀ ਆਉਂਦੇ ਨੇ। ਉਹ ਮੱਥੇ 'ਤੇ ਲਿਖਾ ਕੇ ਲਿਆਏ ਸਨ ਕਿ ਤੂੰ ਗੁਰੂ ਦੀ ਸ਼ਰਨ 'ਚ ਜਾਏਂਗਾ ਅਤੇ ਫਿਰ ਤੂੰ ਨਾਮ ਜਪੇਂਗਾ ਅਤੇ ਅੱਜ ਜਿਹੜਾ ਉੱਪਰ ਵਰਣਨ ਕੀਤਾ ਸਭ ਕੁਛ ਤੈਨੂੰ ਪ੍ਰਾਪਤ ਹੋ ਜਾਵੇਗਾ। ਜਿਸ ਮਨ ਬਸੈ ਸੁਨੇ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਹੜਾ ਪਰਮਾਤਮਾ ਜਿਸ ਮਨ ਬਸੈ, ਜਿਹਦੇ ਮਨ 'ਚ ਪਰਮਾਤਮਾ ਦਾ ਨਾਮ ਵਸ ਜਾਏ, ਸੁਨੇ ਲਾਏ ਪ੍ਰੀਤ, ਜਿਹੜਾ ਪਿਆਰ ਨਾਲ ਨਾਮ ਸੁਣੇ, ਜਿਹਦੇ ਮਨ 'ਚ ਪਰਮਾਤਮਾ ਦਾ ਨਾਮ ਵਸ ਜਾਏ ਅਤੇ ਜਿਹੜਾ ਪਿਆਰ ਸਹਿਤ ਨਾਮ ਸੁਣੇ ਨਾ, ਤਿਸ ਜਨ ਆਵੈ ਹਰ ਪ੍ਰਭ ਚੀਤ। ਪਰਮਾਤਮਾ ਉਹਦੇ ਚਿੱਤ 'ਚ ਵਸ ਜਾਂਦਾ, ਪਰਮਾਤਮਾ ਉਹਨੂੰ ਯਾਦ ਆਉਂਦਾ ਰਹਿੰਦਾ ਹੈ, ਉਹਦੇ ਚਿੱਤ ਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ। ਕਿਤੇ ਜਿਹੜਾ ਪਰਮਾਤਮਾ ਦੇ ਨਾਮ ਨੂੰ ਸੁਣਦਾ ਹੈ, ਜਿਹਨੇ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਲਿਆ ਹੈ, ਉਹਨੂੰ ਪਰਮਾਤਮਾ ਹਮੇਸ਼ਾ ਯਾਦ ਆਉਂਦਾ ਰਹਿੰਦਾ ਹੈ। ਜਿਸ ਮਨ ਬਸੈ ਸੁਨੇ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਸ ਮਨ ਬਸੈ ਸੁਨੇ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਸ ਮਨ ਮਨ ਬਸੈ ਜਨਮ ਮਰਨ ਤਾਕਾ ਦੁੱਖ ਨਿਵਾਰੈ। ਉਹਦਾ ਜੰਮਣ ਮਰਨ ਜਿਹੜਾ ਦੁੱਖ ਹੈ ਖਤਮ ਹੋ ਜਾਂਦਾ। ਦੁਲੱਭ ਦੇ, ਇਹ ਮਨੁੱਖਾ ਸਰੀਰ ਨੂੰ ਦੁਲੱਭ ਕਿਹਾ ਹੈ। ਪੂਰਾ ਸ਼ਬਦ ਹੈ ਦੁਰਲੱਭ, ਉਸ ਤੋਂ ਛੋਟਾ ਬਣਾਇਆ ਦੁਲੱਭ। ਇਹਨੂੰ ਦੁਲਭ ਨਹੀਂ ਪੜ੍ਹ ਦੇਣਾ, ਇਸ ਨੂੰ ਦੁਲਭ ਨਹੀਂ ਪੜ੍ਹ ਦੇਣਾ, ਇਹ ਹੈ ਦੁਲੱਭ, ਜਿਹੜਾ ਮਸਾਂ ਲੱਭੇ। ਧਰਮ ਕਹਿੰਦਾ 83,99,999 ਜੂਨੀਆਂ ਤੋਂ ਬਾਅਦ ਇਹ ਮਨੁੱਖਾ ਜੀਵਨ ਮਿਲਿਆ ਹੈ। ਸਾਇੰਸ ਵਗੀ ਕਹਿੰਦੀ ਕਰੋੜਾਂ ਸਾਲਾਂ ਦਾ, ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਰਚੀ, ਪਹਿਲਾ ਇੱਕ ਸੈੱਲ ਵਾਲਾ ਜੀਵ ਬਣਿਆ ਪਾਣੀ 'ਚ, ਉਦੋਂ ਤੋਂ ਲੈ ਕੇ ਕਰੋੜਾਂ ਸਾਲਾਂ ਬਾਅਦ ਜਾ ਕੇ ਮਨੁੱਖ ਬਣਿਆ ਹੈ। ਇੰਨਾ ਸਮਾਂ ਲੱਗ ਗਿਆ ਹੈ। ਇਸ ਲਈ ਕਹਿੰਦੇ ਦੁਲੱਭ ਦੇ ਹੀ ਇਹਨੂੰ ਕਹਿੰਦੇ ਨੇ। ਦੁਲੱਭ ਦੇ ਤਤ ਕਰੈ ਤਤਕਾਲ ਉਧਾਰੈ। ਜਿਹੜਾ ਨਾਮ ਜਪਦਾ ਆਪਣੀ ਦੇਹੀ ਦਾ ਭਲਾ ਕਰ ਲੈਂਦਾ, ਇਹਦਾ ਤਤਕਾਲ ਤੁਰੰਤ ਇਹਦਾ ਪਾਰ ਉਤਾਰਾ ਹੋ ਜਾਂਦਾ ਹੈ। ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮਾਹੇ ਸਮਾਣੀ। ਪਰਮਾਤਮਾ ਦਾ ਨਾਮ ਜਿਹਦੇ ਮਨ 'ਚ ਵਸ ਜਾਂਦਾ ਨਾ, ਸਮਾ ਜਾਂਦਾ, ਸਮਾਣੀ। ਏਕ ਨਾਮ ਮਨ ਮਾਹੇ ਸਮਾਣੀ। ਜਦੋਂ ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਜਾਂਦਾ ਨਾ, ਨਿਰਮਲ ਸੋਭਾ, ਦੂਰ ਦੂਰ ਤੱਕ ਵਡਿਆਈ ਹੁੰਦੀ ਉਹਦੀ। ਅੰਮ੍ਰਿਤ ਤਾਕੀ ਬਾਣੀ, ਉਹਦੀ ਬੋਲ ਚਾਲ ਬੜੀ ਮਿੱਠੀ ਹੋ ਜਾਂਦੀ। ਅੰਮ੍ਰਿਤ ਮਿੱਠਾ ਹੁੰਦਾ, ਅੰਮ੍ਰਿਤ ਮਿੱਠਾ ਹੁੰਦਾ, ਉਹਦੀ ਬੋਲ ਬਾਣੀ ਮਿੱਠੀ ਹੋ ਜਾਂਦੀ ਹੈ। ਉਹਦੀ ਦੂਰ ਦੂਰ ਤੱਕ ਸ਼ੋਭਾ ਹੋ ਜਾਂਦੀ ਹੈ। ਪਰਮਾਤਮਾ ਦੇ ਨਾਮ ਨੇ ਤੁਹਾਡੀ ਵਡਿਆਈ ਕਰਾਉਣੀ ਹੀ ਕਰਾਉਣੀ, ਕਿਉਂਕਿ ਤੁਸੀਂ ਪਰਮਾਤਮਾ ਦੀ ਵਡਿਆਈ ਕਰ ਰਹੇ ਹੋ। ਪਰਮਾਤਮਾ ਨੇ ਤੁਹਾਡੀ ਕਰਾਉਣੀ ਹੀ ਕਰਾਉਣੀ ਹੈ। ਪਰਮਾਤਮਾ ਸਵਾਰਥੀ ਨਹੀਂ, ਇਹ ਮਨੁੱਖ ਤੇ ਸਵਾਰਥੀ ਹੈ। ਪਰਮਾਤਮਾ ਕਹਿੰਦਾ ਤੁਸੀਂ ਮੇਰਾ ਨਾਮ ਜਪੋ, ਮੈਂ ਤੁਹਾਡੀ ਵਡਿਆਈ ਕਰਾ ਦਾਂਗਾ। ਤੁਸੀਂ ਮੇਰਾ ਨਾਮ ਜਪੋ, ਮੈਂ ਤੁਹਾਡੇ ਕਾਰਜ ਸਵਾਰਾਂਗਾ। ਤੁਸੀਂ ਮੇਰਾ ਨਾਮ ਜਪੋ, ਮੈਂ ਤੁਹਾਡੀ ਥਾਂ 'ਤੇ ਕੰਮ ਕਰਾਂਗਾ। ਉਦਾਹਰਨਾਂ ਕਿੰਨੀਆਂ ਉਦਾਹਰਨਾਂ ਨੇ।
ਜਦੋਂ ਪਰਮਾਤਮਾ ਜਿਹੜੇ ਗੁਰੂ ਮਹਾਰਾਜ ਨੇ ਉਸ ਦਾ ਰੂਪ ਧਾਰ ਕੇ ਅਗਲੇ ਦੇ ਘਰ ਕੰਮ ਕਰ ਰਹੇ ਨੇ, ਅਗਲੇ ਘਰ ਕੰਮ ਕਰ ਰਹੇ ਨੇ। ਗੁਰੂ ਅੰਗਦ ਦੇਵ ਮਹਾਰਾਜ ਦਾ ਅੰਗੂਠਾ ਦੁਖਦਾ ਰਹਿੰਦਾ ਸੀ। ਇੱਕ ਭਾਈ ਜਿਹੜਾ ਸੀ ਉਹ ਜਿਹੜਾ ਹੈ ਘੁੱਟਦਾ ਰਹਿੰਦਾ ਸੀ। ਜਦੋਂ ਫਿਰ ਗੁਰੂ ਮਹਾਰਾਜ ਨੂੰ ਨੀਂਦ ਆ ਜਾਂਦੀ ਸੀ ਉਹ ਸੌਂ ਜਾਂਦਾ ਸੀ। ਜੇ ਨੀਂਦ ਆ ਗਈ ਫਿਰ ਉਹ ਘੁੱਟਣੋਂ ਹਟ ਜਾਂਦਾ ਸੀ। ਇੱਕ ਦਿਨ ਅੰਗੂਠਾ ਘੁੱਟਦਾ ਰਿਹਾ। ਹਾਂਜੀ, ਉਹਨੇ ਸਵੇਰੇ ਚੌਧਰੀਆਂ ਦੇ ਜਾ ਕੇ ਨਾ ਵਿਆਹ ਦੀ ਸਾਰਾ ਕੋਈ ਤਿਆਰ ਕਰਨਾ ਸੀ, ਹਲਵਾਈ ਹੁਣ ਉਹ ਕਰਨਾ ਸੀ। ਉਹ ਤਾਂ ਕਿੰਨਾ ਹੀ ਸਮਾਂ ਐਂ ਲੰਘ ਗਿਆ, ਉਹ ਲੱਗਾ ਹੈ ਉਹ ਵੀ ਪੜ੍ਹਦੇ। ਗੁਰੂ ਮਹਾਰਾਜ ਉਹਦਾ ਰੂਪ ਧਾਰਨ ਕਰਕੇ ਚੌਧਰੀ ਦੇ ਘਰ ਗਏ। ਸਭ ਕੁਝ ਜੋ ਬਣਾਉਣਾ ਸੀ ਸੂਰਜ ਨਿਕਲਣ ਤੱਕ ਤਿਆਰ ਕਰਤਾ। ਅਤੇ ਜਦੋਂ ਦੇਖਿਆ ਗੁਰੂ ਮਹਾਰਾਜ ਸੌਂ ਗਏ ਨੇ, ਉਹ ਹਟਿਆ, ਦੇਖਦੇ ਦਿਨ ਚੜ੍ਹ ਗਿਆ ਵੀ ਲੈ ਵੀ ਚੌਧਰੀ ਨਾਰਾਜ਼ ਹੋਏਗਾ। ਜੋ ਗਿਆ ਉਹ ਕਹਿੰਦਾ ਭਾਈ ਦੁਬਾਰਾ ਆ ਗਿਆ ਤੂੰ, ਕੀ ਗੱਲ, ਹੁਣੇ ਤਾਂ ਗਿਆ ਸੀ। ਕਹਿੰਦਾ ਜੀ ਮੈਂ ਤਾਂ ਇੱਥੇ ਆਇਆ ਹੀ ਨਹੀਂ, ਮੈਂ ਤਾਂ ਬਣਾਉਣਾ। ਕਹਿੰਦਾ ਦੇਖ ਸਾਰਾ ਕੁਝ ਬਣਿਆ, ਪਤੀਲੇ ਭਰੇ ਪਏ ਨੇ, ਤੂੰ ਸਾਰੀ ਰਾਤ ਲੱਗਾ ਰਿਹਾ ਬਣਾਉਣ ਦੇ ਹੈ। ਅਤੇ ਫਿਰ ਤਾਂ ਚੌਧਰੀ ਵੀ ਹੱਕਾ ਬੱਕਾ ਰਹਿ ਗਿਆ ਵੀ ਇਹਦਾ ਮਤਲਬ ਫਿਰ ਇਹ ਕੌਣ ਕਰ ਗਿਆ। ਉਹਨੂੰ ਸਮਝ ਆ ਗਈ ਓਹੋ ਇਹ ਤਾਂ ਗੁਰੂ ਅੰਗਦ ਦੇਵ ਜੀ ਮੇਰਾ ਰੂਪ ਧਾਰਨ ਕਰ ਆਏ ਤਾਂ ਸਭ ਕੁਛ ਕਰਕੇ ਨੇ। ਸੇਵਾ ਕਰੇ ਸਹੀ ਕੋਈ, ਗੁਰੂ ਮਹਾਰਾਜ ਸਭ ਕਰ ਉਹਦੀ ਥਾਂ 'ਤੇ ਕੰਮ ਕਰਦੇ, ਹੋਰ ਕੀ ਚਾਹੀਦਾ ਹੁੰਦਾ। ਜਿਹੜਾ ਪਰਮਾਤਮਾ ਦਾ ਨਾਮ ਜਪਦਾ, ਗੁਰੂ ਦੀ ਸੇਵਾ ਕਰਦਾ ਨਾ, ਪਰਮਾਤਮਾ ਸਾਰੇ ਉਹਦੇ ਕਾਰਜ ਆਪਣੇ ਆਪ ਹੀ ਸਵਾਰਦਾ ਰਹਿੰਦਾ ਹੈ, ਉਹਦੀ ਥਾਂ 'ਤੇ ਆਪ ਕੰਮ ਕਰਦਾ ਹੈ। ਹੋਰ ਦੱਸੋ ਕੀ ਚਾਹੀਦਾ ਬੰਦੇ ਨੂੰ। ਇਹਨੂੰ ਸਮਝ ਹੀ ਨਹੀਂ ਆਉਂਦੀ ਹੈ, ਪਤਾ ਨਹੀਂ ਕਿੱਦੇ ਸਮਝ ਆਏਗੀ। ਫਿਰ ਉੱਠਦਾ ਬੈਠਦਾ ਤੁਰਦਾ ਫਿਰਦਾ ਨਾਮ ਜਪਦਾ ਰਹੇਗਾ। ਲੋਕ ਸੁਖੀਏ ਪਰਲੋਕ ਸੇਲੇ ਕਰ ਲਏਗਾ। ਤਾਂ ਕਹਿੰਦੇ ਨੇ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮਾਹੇ ਸਮਾਣੀ। ਜਦੋਂ ਪਰਮਾਤਮਾ ਦਾ ਨਾਮ ਮਨ 'ਚ ਵਸ ਜਾਂਦਾ ਨਾ, ਸੋਭਾ ਦੂਰ ਦੂਰ ਤੱਕ ਹੁੰਦੀ ਹੈ। ਬਹੁਤ ਬੋਲ ਬਾਣੀ ਮਿੱਠੀ ਹੋ ਜਾਂਦੀ ਹੈ। ਹੋਰ ਕੀ ਹੁੰਦਾ, ਦੁੱਖ ਰੋਗ ਬਿਨਸੇ ਪੈ ਭਰਮ, ਉਹਦੇ ਅੰਦਰੋਂ ਦੁੱਖ ਖਤਮ ਹੋ ਜਾਂਦੇ ਨੇ, ਰੋਗ ਖਤਮ ਹੋ ਜਾਂਦੇ ਨੇ, ਭੈ ਖਤਮ ਹੋ ਜਾਂਦਾ ਹੈ, ਭਰਮ ਖਤਮ ਹੋ ਜਾਂਦੇ ਨੇ। ਸਾਧ ਨਾਮ, ਉਹਨੂੰ ਲੋਕ ਸਾਧੂ ਕਹਿਣ ਲੱਗਦੇ ਨੇ, ਉਹਦਾ ਨਾਮ ਸਾਧ ਪੈ ਜਾਂਦਾ ਹੈ, ਉਹਨੂੰ ਸਾਧੂ ਕਹਿਣ ਲੱਗਦੇ ਨੇ, ਉਹਨੂੰ ਸੰਤ ਕਹਿਣ ਲੱਗਦੇ। ਨਿਰਮਲਤਾ ਕੇ ਕਰਮ, ਅਤੇ ਉਹਦੇ ਕਰਮ ਪਵਿੱਤਰ ਹੋ ਜਾਂਦੇ ਨੇ। ਉਹ ਜੋ ਵੀ ਕਰਮ ਕਰਦਾ ਸ਼ੁਭ ਕਰਮ ਕਰਦਾ ਹੈ, ਗਲਤ ਕਰਮ ਉਹਦੇ ਤੋਂ ਹੁੰਦੇ ਹੀ ਨਹੀਂ ਹੈਗੇ। ਸਭ ਤੇ ਊਂਚ ਤਾਕੀ ਸੋਭਾ ਬਣੀ, ਨਾਮ ਜਪਣ ਵਾਲੇ ਦੀ ਫਿਰ ਸੋਭਾ ਬਹੁਤ ਉੱਚੀ ਹੁੰਦੀ ਹੈ, ਬਹੁਤ ਜ਼ਿਆਦਾ ਸੋਭਾ ਹੋ ਜਾਂਦੀ ਹੈ। ਨਾਨਕ ਇਹ ਗੁਣ ਨਾਮ ਸੁਖ ਮਣੀ, ਨਾਮ ਦੇ ਵਿੱਚ ਇਹ ਗੁਣ ਨੇ, ਨਾਮ ਸੁੱਖਾਂ ਦੀ ਮਣੀ ਹੈ। ਨਾਮ ਸਾਰੇ ਸੁੱਖ ਦਿੰਦੇ ਹੈ, ਨਾਮ ਸਾਰੇ ਅੰਦਰ ਗੁਣ ਪੈਦਾ ਕਰ ਦਿੰਦਾ ਹੈ। ਨਾਮ ਜਿਹੜਾ ਸੋਭਾ ਕਰਾਉਂਦਾ ਹੈ, ਨਾਮ ਸਾਧ ਨਾਮ ਪਾਉਂਦਾ ਹੈ, ਕਰਮ ਪਵਿੱਤਰ ਹੋ ਜਾਂਦੇ ਨੇ। ਨਾਮ ਜਪਣੇ ਸਾਰੇ ਦੁੱਖ ਸਾਰੇ ਰੋਗ ਖਤਮ ਹੋ ਜਾਂਦੇ ਨੇ, ਭੈ ਡਰ ਖਤਮ ਹੋ ਜਾਂਦਾ ਹੈ, ਅੰਦਰੋਂ ਭਰਮ ਖਤਮ ਹੋ ਜਾਂਦੇ ਨੇ। ਉਹਦੀ ਬਾਣੀ ਬੋਲ ਬਾਣੀ ਅੰਮ੍ਰਿਤਮਈ ਨਿਰਮਲ ਹੋ ਜਾਂਦੀ ਹੈ, ਉਹਦੀ ਸੋਭਾ ਦੂਰ ਦੂਰ ਤੱਕ ਹੋ ਜਾਂਦੀ ਹੈ। ਇਹ ਦੁਰਲੱਭ ਦੇਹੀ ਜਿਹੜੀ ਹੈ ਉਹਦੇ ਪਾਰ ਉਤਾਰਾ ਕਰ ਲੈਂਦਾ ਹੈ, ਉਹਦਾ ਜੰਮਣ ਮਰਨ ਦਾ ਦੁੱਖ ਸਾਰਾ ਖਤਮ ਹੋ ਜਾਂਦਾ ਹੈ। ਇੰਨੇ ਲਾਭ ਨੇ ਨਾਮ ਜਪਣ ਦੇ। ਇਸ ਲਈ ਸਾਧ ਸੰਗਤ ਜੀ ਜਿੰਨਾ ਵੀ ਸਮਾਂ ਮਿਲੇ, ਦੇਖੋ ਆਪਾਂ ਗ੍ਰਸਥੀ ਹਾਂ, ਅੱਜ ਅਸੀਂ 24 ਘੰਟੇ ਨਾਮ ਨਹੀਂ ਜਪ ਸਕਦੇ। ਮੈਂ ਕਈ ਵਾਰੀ ਪਿਆ ਬਹੁਤ ਜ਼ਿਆਦਾ ਡਰ ਜਾਂਦਾ ਵੀ ਜੈਮਲ ਸੇ ਤੂੰ ਜੇ ਨਾਮ ਜਪਿਆ ਤੇਰੇ 'ਤੇ ਬਹੁਤ ਡੰਡੇ ਪੈਣੇ ਨੇ। ਪਰਮਾਤਮਾ ਨੇ ਕਹਿਣਾ ਤੂੰ ਤੇ ਛੜਾਂਗ ਸੀ ਓਏ, ਰੋਟੀ ਤੈਨੂੰ ਕੋਈ ਖਾ ਜਾਂਦਾ ਸੀ, ਕੱਪੜੇ ਤੇਰੇ ਕੋਈ ਧੋ ਜਾਂਦਾ ਸੀ, ਕੰਮ ਤੈਨੂੰ ਕੋਈ ਨਹੀਂ, 53,000 ਮਹੀਨਾ ਸਰਕਾਰ ਪੈਨਸ਼ਨ ਦਿੰਦੀ ਹੈ, ਤੂੰ ਤੇ ਵਿਹਲਾ ਸੀ, ਤੂੰ ਕਿਉਂ ਨਹੀਂ ਨਾਮ ਜਪਿਆ। ਬਸ ਉਹਨੇ ਦੇ ਡੰਡੇ 'ਤੇ ਡੰਡਾ ਮਾਰਨ। ਤੁਹਾਡੇ ਕੋਲ ਤਾਂ ਬਹਾਨਾ ਹੈ, ਜਿਸ 'ਤੇ ਗ੍ਰਸਤੀ ਸੀ ਜੀ, ਬਾਲ ਬੱਚਿਆਂ ਨੂੰ ਪਾਲਣਾ ਸੀ ਜੀ, ਅਸੀਂ ਤਾਂ ਨੌਕਰੀ ਕਰਦੇ ਸੀ, ਸਾਡੇ ਕੋਲ ਇੰਨਾ ਟਾਈਮ ਨਹੀਂ ਸੀ। ਤੁਹਾਡੇ ਕੋਲ ਤਾਂ ਬਹਾਨਾ, ਮੇਰੇ ਕੋਲ ਤਾਂ ਬਹਾਨਾ ਵੀ ਕੋਈ ਨਹੀਂ, ਵੀ ਤੂੰ ਤਾਂ ਟੋਟਲ ਵਿਹਲਾ ਸੀ, ਤੂੰ ਕਿਉਂ ਨਹੀਂ ਨਾਮ ਜਪਿਆ।
बस लेटिया बैठा हो जाता डर के भी ये आ ठेंगा पिया ये आ पिया। चाहे फिर लेटे नाम जपी जावा, चाहे फिर बैठ के जपी जावा, मैनू फिर डर लगता रहिंदा भी जयमल सिंह तेरे कोल कोई बहाना नहीं है, तू कोई बहाना बना ही नहीं सकता है जी भी मैनू जी आ काम सी जी, मैं फलाने बच्चे का जे विआह करना सी, फलाने तो छड़ा छड़ांगा हुण 4 सालों का, हुण क्यों नहीं तू जपदा। चल पहले तो ठीक है, घर वाली बीमार सी, उसकी सेवा भी करनी सी, चिंता भी हुंदी, सब कुछ हुंदा। सो इसलिए तुहानूं जिन्ना समा मिले ना, ये नाम जपना, नाम जप जप के फिर जो तुहानूं लाभ प्राप्त होएगा ना, उदों बाद फिर तुहानूं समझ आएगी भी ओहो होर जप लेना चाहिए सी। फिर तुहाडा मन करेगा वो इन्ने साल जिंदगी दे एवें ही बर्बाद करते, वो यार थोड़ा जपिया गया, होर जपना चाहिए सी, होर जपना चाहिए, ऐ तुहाडा मन करेगा। पर उन्हें चिर समा लंघ गया होएगा, फिर अब पछताए क्या होत वाली गल हो जाएगी। सो इसलिए जिन्ना भी समा मिले वध तो वध भजन बंदगी करके अपने जीवन में लेखे लो। अज सुखनी साहब की समाप्त हो गई, समाप्ति हो गई, सत्कारयोग साध संगत समय की भी समाप्ति हो गई है। वाहिगुरू जी का खालसा, वाहिगुरू जी की फतेह।